ਮੈਥੋਂ ਵੀ ਬਹੁਤ ਗਲਤੀਆਂ ਹੋ ਸਕਦੀਆਂ। ਤੁਸੀਂ ਇਹ ਮੰਨਦੇ ਹੋ ਪਿਛਲੀ ਵਾਰ ਗਲਤੀਆਂ ਹੋਣੀਆਂ ਪਿਛਲੀ ਸਰਕਾਰ ਵੇਲੇ, ਖਾਸ ਕਰਕੇ ਜੇ ਬੇਅਦਬੀ ਨੂੰ ਲੈ ਕੇ ਗੱਲ ਹੁੰਦੀ ਹੈ? ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ, ਕਹਿੰਦੇ ਇਹ ਸਾਰਾ ਕੁਝ ਅਕਾਲੀ ਦਲ ਦੀ ਹੀ ਦੇਣ ਆ। ਲੋਕ ਫੈਸਲਾ ਕਰਕੇ ਬਹੁਮਤ ਦੇਣ ਸ਼੍ਰੋਮਣੀ ਅਕਾਲੀ ਦਲ ਨੂੰ। ਟਰਾਂਸਪੋਰਟ ਮਿਨਿਸਟਰ ਬਣੇ ਨੇ ਨਵੇਂ, ਵਧਾਈਆਂ ਦੇ ਦਿਓ। ਉਹ ਮੈਨੂੰ ਤੁਸੀਂ ਕਿਉਂ ਮਤਲਬ ਉਲਟੇ ਕੰਮ ਕਰਵਾਉਣੇ ਹੋ ਮੈਥੋਂ? ਨਹੀਂ, ਵਧਾਈਆਂ ਤਾਂ ਦੇ ਸਕਦੇ ਹੋ। ਬੜਾ ਵੱਡਾ ਤੁਸੀਂ ਬਿਆਨ ਦੇ ਗਏ। ਇਹ ਫਾਈਨਲ ਹੋ ਚੁੱਕਿਆ ਵੀ ਸੁਖਬੀਰ ਸਿੰਘ ਹੀ ਬਾਦਲ ਚਿਹਰਾ ਹੋਣਗੇ ਮੁੱਖ ਮੰਤਰੀ? ਜੀ ਡੈਫੀਨਿਟ 100%। ਕੋਈ देयर इज नो डाउट। सुरजीत कुमार जानी साहब या हरजीत गरेवाल साहब, प्लीज कंट्रोल योर टंग। ਜੇ ਫੇਰ ਸਮਝੌਤਾ ਕਰਨਾ ਪੈ ਗਿਆ ਫੇਰ ਕਿਹੇ ਦੀ ਸਿਚੁਏਸ਼ਨ? मैं ਤੁਹਾਨੂੰ ਕਹਿ ਰਿਹਾ ਕੁਐਸਚਨ ਡਸਨਟ ਰਾਈਜ਼। ਪੰਜਾਬ ਦੀ ਅਜ਼ਮਤ ਦਾ ਸੌਦਾ ਕਰਨ ਕੈਪਟਨ ਅਮਰਿੰਦਰ ਸਿੰਘ ਲੱਗੇ ਹੋਏ ਹੈ ਕਿ ਕਿਸ ਪ੍ਰਕਾਰ ਮੈਂ ਸੱਤਾ ਦਾ ਸੌਦਾ ਕਰ ਲਵਾਂ। ਇਹਨਾਂ ਮਹਿਲਾਂ ਨੂੰ ਫੂਕ ਕੇ ਲੋਕ ਰੱਖ ਦੇਣਗੇ ਅਗਰ ਪੰਜਾਬ ਦੀ ਅਜ਼ਮਤ ਦਾ ਸੌਦਾ ਕੀ। ਰਾਜ ਸੱਤਾ ਸਭ ਕੁਝ ਨਹੀਂ ਹੈ ਜੀ ਧਾਲੀਵਾਲ ਜੀ, ਰਾਜ ਸੱਤਾ ਸਭ ਕੁਝ ਨਹੀਂ ਹੈ। ਲੋਕ ਇਹ ਵੀ ਕਹਿੰਦੇ ਵੀ ਜਗਮੀਤ ਸਿੰਘ ਬਰਾੜ ਅੰਦਰੋਂ ਤਿਆਰ ਨਹੀਂ ਸੀ, ਦਿਲ ਨਹੀਂ ਉਹਨਾਂ ਦਾ ਕਦੇ ਮੰਨਿਆ, ਉਹਨਾਂ ਦੀ ਕੋਈ ਮਜਬੂਰੀ ਬਣੀ। ਨਹੀਂ ਦੋ ਹੀ ਗੱਲਾਂ ਸਪਸ਼ਟ ਕਰ ਦਈਏ। ਪਹਿਲੀ ਵਾਰ ਮੈਨੂੰ ਕੰਪੇਅਰ ਨਾ ਕਰੋ ਉਹ ਜਿਹੜੇ ਕੋਈ ਪੋਲੀਟੀਸ਼ੀਅਨ ਆਏ ਗਏ ਚਲੇ ਗਏ। ਆਟਾ ਦਾਲ ਸਕੀਮ ਜਾਂ ਹੋਰ ਚੀਜ਼ਾਂ ਗੀਆਂ, ਜਦੋਂ ਇਹ ਚੀਜ਼ਾਂ ਸਾਰੀਆਂ ਲਾਂਚ ਹੁੰਦੀਆਂ ਉਦੋਂ ਤੁਸੀਂ ਵਿਰੋਧੀ ਸੀਗੇ ਅਕਾਲੀ ਦਲ ਦੇ, ਉਦੋਂ ਤੁਸੀਂ ਭੰਡਦੇ ਆਏ ਹੋ ਇਹ ਚੀਜ਼ਾਂ ਨੂੰ, ਅੱਜ ਤੁਸੀਂ ਪ੍ਰਾਪਤ ਕਹਿ ਰਹੇ ਹੋ। ਭੰਡਦੇ ਨਹੀਂ ਆਏ ਨਾ। ਜਿਹੜੇ ਮਸਖਰੇ ਔਰ ਜਿਹੜੇ ਜੋਕਰਸ ਨੇ ਉਹ ਇੱਕ ਪਾਰਟੀ ਨੂੰ ਹੀ ਖਤਮ ਕਰਨ ਤੁਲ ਗਏ। ਜਬ ਤੱਕ ਸੂਰਜ ਚਾंद ਰਹੇਗਾ ਸ਼੍ਰੋਮਣੀ ਅਕਾਲੀ ਦਲ ਚਮਕਦਾ ਰਹੇਗਾ। ਰਹਿੰਦੀ ਦੁਨੀਆ ਤੱਕ ਇਸ ਦੁਨੀਆ ਤੇ 27 ਵਾਰ ਗ੍ਰਿਫਤਾਰੀਆਂ ਦਿੱਤੀਆਂ ਹੈ ਕੋਈ ਪੰਜਾਬ ਦਾ ਲੀਡਰ ਜਿਹਨੇ 28 ਵਾਰ ਤਿਹਾੜ ਤੋਂ ਲੈ ਕੇ ਬਠਿੰਡੇ ਤੋਂ ਲੈ ਕੇ ਔਰ ਰੋਪੜ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਪਟਿਆਲੇ ਤੋਂ ਲੈ ਕੇ ਮੁਕਤਸਰ ਦੀ ਸਬ ਜੇਲ੍ਹ ਤੋਂ ਲੈ ਕੇ ਫਿਰੋਜ਼ਪੁਰ ਦੀ ਜੇਲ੍ਹ ਤੋਂ ਲੈ ਕੇ ਤੇ ਪਟਿਆਲੇ ਦੀ ਰਾਣੀ ਜੇਲ੍ਹ ਕਹਿੰਦੇ ਉਹਨੂੰ, ਉਹਦੇ ਅੰਦਰ ਵੀ 9 ਮਹੀਨੇ ਜਗਮੀਤ ਸਿੰਘ ਕੈਦ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਜਿੱਥੇ ਅਸੀਂ ਗੱਲ ਕਰਦੇ ਹਾਂ ਕਿਸਾਨੀ ਅੰਦੋਲਨ ਦੀ, ਉੱਥੇ ਜੇ ਪੰਜਾਬ ਦੀ ਸਿਆਸਤ ਦੀ ਗੱਲ ਹੁੰਦੀ ਆ, 2022 ਦੀ ਗੱਲ ਹੁੰਦੀ ਆ, 2022 ਨੂੰ ਲੈ ਕੇ ਵੀ ਮਾਹੌਲ ਪੰਜਾਬ ਦੇ ਵਿੱਚ ਭਖ ਚੁੱਕਿਆ ਗਾ। ਪਰ ਜੇ ਅਸੀਂ ਗੱਲ ਕਰਦੇ ਹਾਂ ਮਾਲਵੇ ਦੀ, ਮਾਲਵਾ ਉਹ ਖਿੱਤਾ ਜਿੱਥੇ ਸਭ ਤੋਂ ਜ਼ਿਆਦਾ ਸੀਟਾਂ ਵਿਧਾਨ ਸਭਾ ਦੀਆਂ, ਤੇ ਮਾਲਵੇ ਦੇ ਆਪਣੇ ਵੀ ਅਲੱਗ-ਅਲੱਗ ਮੁੱਦੇ ਨੇ। ਜੇ ਪਿਛਲੇ ਦਿਨਾਂ ਦੀ ਗੱਲ ਕਰਦੇ ਹਾਂ, ਇੱਕ ਪਾਸੇ ਜੇ ਨਰਮੇ ਦੀ ਗੱਲ ਕਰਦੇ ਹਾਂ, ਗੁਲਾਬੀ ਸੁੰਡੀ ਦੀ ਗੱਲ ਹੁੰਦੀ ਆ, ਅਕਾਲੀ ਦਲ ਵੱਲੋਂ ਵੀ ਇੱਕ ਪ੍ਰਦਰਸ਼ਨ ਕੀਤਾ ਗਿਆ, ਵੱਡੀ ਰੈਲੀ ਰੱਖੀ ਗਈ ਪਿਛਲੀ 3 ਤਰੀਕ ਦੀ। ਜੇ ਅਸੀਂ ਗੱਲ ਕਰਦੇ ਹਾਂ ਬਠਿੰਡੇ ਦੇ ਵਿੱਚ, ਤੇ ਗੱਲ ਕਰਦੇ ਹਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ, ਚਰਨਜੀਤ ਸਿੰਘ ਚੰਨੀ, ਇੱਕ ਵੱਡਾ ਬਦਲਾਵ ਹੋਇਆ ਪੰਜਾਬ ਦੇ ਵਿੱਚ, ਉਹਨੂੰ ਕਿਵੇਂ ਦੇਖ ਰਿਹਾ ਹੈਗਾ ਅਕਾਲੀ ਦਲ? ਤੇ ਇੱਕ ਜਿਹੜੀ ਬੜੀ ਮੰਦਭਾਗੀ ਘਟਨਾ ਵਾਪਰੀ ਆ ਲਖੀਮਪੁਰ ਖੀਰੀ ਦੇ ਵਿੱਚ, ਉੱਥੇ ਯੂਪੀ ਦੇ ਵਿੱਚ ਕਿਸਾਨਾਂ ਦੀ ਜਿਹੜੀ 6 ਕਿਸਾਨਾਂ ਦੀ ਮੌਤ ਹੋਈ ਆ, ਉਹਨੂੰ ਕਿਵੇਂ ਦੇਖ ਰਿਹਾ ਅਕਾਲੀ ਦਲ? ਇਹ ਪੰਜਾਬ ਦੇ ਵਿੱਚ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਪਾਸੇ ਪਿਛਲੇ ਦਿਨੀ ਅਸੀਂ ਸੁਰਜੀਤ ਕੁਮਾਰ ਜੈਣੀ ਜਿਹੜੇ ਬੀਜੇਪੀ ਪੰਜਾਬ ਦੇ ਵੱਡੇ ਆਗੂ ਨੇ ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਦਾਅਵਾ ਕੀਤਾ ਵੀ ਅਸੀਂ ਪੰਜਾਬ ਦੇ ਵਿੱਚ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਵਾਂਗੇ, ਤੇ ਉਹਨਾਂ ਨੇ ਹੋਰ ਵੀ ਬੜੇ ਵਿਵਾਦਿਤ ਬਿਆਨ ਦਿੱਤੇ। ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਮੌਜੂਦ ਰਹਿਣਗੇ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਸਰਦਾਰ ਜਗਮੀਤ ਸਿੰਘ ਬਰਾੜ। ਬਰਾੜ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਬਹੁਤ ਸ਼ੁਕਰੀਆ ਰਤਨਦੀਪ ਧਾਲੀਵਾਲ ਜੀ ਤੁਹਾਡਾ, ਔਰ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਰਾੜ ਸਾਹਿਬ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੀ ਖਬਰ ਆਈ ਹੈ ਕੱਲ, ਬੜੀ ਮੰਦਭਾਗੀ ਖਬਰ ਆਈ ਹੈ ਸ਼ਾਮ ਨੂੰ ਜ਼ਿਲ੍ਹਾ ਲਖੀਮਪੁਰ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਹੈ, ਇਹਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਇਸ ਧਰਤੀ ਨੂੰ ਬਹੁਤ ਜ਼ਰਖੇਜ਼ ਕਰਨ ਲਈ ਬਾਲ ਵੱਲਭ ਭਾਈ ਪੰਤ ਵੱਲੋਂ ਉਸ ਵੇਲੇ ਸਿੱਖ ਆਬਾਦੀ ਨੂੰ ਉੱਥੇ ਸੈਟਲ ਕੀਤਾ ਗਿਆ। ਅਗਰ ਸਾਰੇ ਦੇਸ਼ ਦੇ ਅੰਨਦਾਤੇ ਦੇ ਰੂਪ ਵਿੱਚ ਉਸ ਖਿੱਤੇ ਦੇ ਕਿਸਾਨ ਨੇ ਮਹਾਨ ਸੇਵਾ ਕੀਤੀ, ਔਰ ਇਹ ਘਟਨਾ ਇੰਨੀ ਬਰਬਰ ਔਰ ਇੰਨੀ ਜ਼ਾਲਮਾਨਾ ਹੈ ਕਿ ਇਹਦੀ ਨਿੰਦਿਆ ਤਾਂ ਇੱਕ ਵੱਖਰੀ ਗੱਲ ਹੈ, ਲੇਕਿਨ ਇਹ ਦੇਸ਼ ਨੂੰ ਪਾੜੋ ਤੇ ਰਾਜ ਕਰੋ, ਔਰ ਇੱਕ ਜਿਹੜਾ ਨੈਰੇਟਿਵ ਕੰਟਰੀ 'ਚ ਸੈੱਟ ਕੀਤਾ ਜਾ ਰਿਹਾ ਹੈ ਕਿ ਪਾੜੋ ਤੇ ਰਾਜ ਕਰੋ ਦੀ ਨੀਤੀ ਦੇ ਅਧੀਨ ਕਮਿਊਨਲ ਵਾਇਲੈਂਸ ਜਿਹੜੀ ਪੈਦਾ ਕਰਕੇ ਵੋਟਾਂ ਨੂੰ ਡਿਵਾਈਡ ਕਰਕੇ ਇਹ ਵੋਟ ਬੈਂਕ ਨੂੰ ਪੱਕਿਆ ਕੀਤਾ ਜਾ ਰਿਹਾ ਹੈ। ਦੇਸ਼ ਦਾ ਗ੍ਰਹਿ ਮੰਤਰੀ ਹੋਵੇ,
ਸ਼੍ਰੀ ਅਜੇ ਮਿਸ਼ਰਾ, ਉਹਨਾਂ ਦਾ ਸੁਪੁੱਤਰ ਆਸ਼ੀਸ਼ ਮਿਸ਼ਰਾ, ਪਹਿਲਾਂ ਉਤੇਜਨਾ ਭਰਪੂਰ ਤਿਆਰੀ ਕੀਤੀ ਗਈ ਕਿ ਉਕਸਾਉਣਾ ਕਿਵੇਂ ਹੈ, ਕਿਸ ਪ੍ਰਕਾਰ ਆਵਾਮ ਨੂੰ, ਕਿਰਸਾਨੀ ਨੂੰ, ਜਿਹੜੀ ਸ਼ਾਂਤਮਈ ਅੰਦੋਲਨ ਜਿਹਦੀ ਦੁਨੀਆ ਵਿੱਚ ਚਰਚਾ ਹੋਈ ਹੈ ਕਿ ਇਸ ਤੋਂ ਸ਼ਾਂਤਮਈ ਅੰਦੋਲਨ ਨਹੀਂ ਹੋਇਆ, ਉਹ ਉੱਥੇ ਬੈਠੇ ਸਾਡੇ ਸਤਿਕਾਰਯੋਗ ਸੰਘਰਸ਼ ਕਰ ਰਹੇ ਸਾਥੀਆਂ ਦਾ ਜਿਸ ਪ੍ਰਕਾਰ ਹੱਤਿਆਵਾਂ ਕੀਤੀਆਂ ਗਈਆਂ ਅੰਡਰ ਪਲੈਨਿੰਗ, ਵੱਡੀਆਂ ਗੱਡੀਆਂ ਲਿਜਾ ਕੇ ਦਰੜਿਆ ਗਿਆ ਉਹਨਾਂ ਨੂੰ, ਮੈਂ ਇਹ ਸਮਝਦਾ ਕਿ ਇਹਦੇ ਨਾਲ ਸਾਰੇ ਸੰਸਾਰ ਦੇ ਜਿਹੜੇ ਰਾਈਟ ਥਿੰਕਿੰਗ ਲੋਕ ਹੈ ਉਹਨਾਂ ਨੇ ਇਹਨੂੰ ਬਹੁਤ ਵੱਡੇ ਇੱਕ ਮੈਂ ਸਮਝਦਾ ਇਸ ਜ਼ੁਲਮ ਦੇ ਰੂਪ ਵਿੱਚ ਲਿਆ ਔਰ ਆਉਣ ਵਾਲਾ ਸਮਾਂ ਇਹ ਦੱਸੇਗਾ ਕਿ ਕੱਲੀ ਕਿਰਸਾਨੀ ਹੀ ਨਹੀਂ, ਹਿੰਦੁਸਤਾਨ ਦਾ ਦੱਖਣ ਤੋਂ ਲੈ ਕੇ ਉੱਤਰੀ ਭਾਰਤ ਤੱਕ ਸਾਰੇ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ। ਤੁਰੰਤ ਗ੍ਰਿਫਤਾਰੀ ਹੋਵੇ, ਤੁਰੰਤ CBI ਇਨਵੈਸਟੀਗੇਸ਼ਨ ਹੋਵੇ, 2-2 ਕਰੋੜ ਰੁਪਏ ਦਾ ਮੁਆਵਜ਼ਾ ਜੋ ਵੀ ਉੱਥੇ ਘਟਨਾ ਵਾਪਰੀ ਹੈ। ਮੈਨੂੰ ਪਤਾ ਲੱਗਿਆ ਉਸ ਘਟਨਾ ਦੇ ਦੌਰਾਨ, ਕਿਉਂਕਿ ਜਦੋਂ ਕੋਈ ਹਮਲਾ ਕਰਨ ਜਾਂਦਾ ਹੈ ਜਾਂ ਤਿਆਰੀ ਨਾਲ ਬੰਦੇ ਮਾਰਨ ਜਾਂਦਾ ਹੈ ਤਾਂ ਉਸ ਵੇਲੇ ਆਪਦੇ ਆਪ ਨੂੰ ਡਿਫੈਂਸ ਦੇ ਵਿੱਚ ਕਈ ਵਾਰ ਘਟਨਾਵਾਂ ਵਾਪਰਦੀਆਂ। ਇਸ ਕਰਕੇ ਜਿਨ੍ਹਾਂ ਪਰਿਵਾਰਾਂ ਵਿੱਚ ਵੀ ਇਹ ਸੋਗਗ੍ਰਸਤ ਘਟਨਾਵਾਂ ਹੋਈਆਂ ਉਹਨਾਂ ਨੂੰ 2-2 ਕਰੋੜ ਰੁਪਏ ਦਾ ਮੁਆਵਜ਼ਾ ਗਵਰਨਮੈਂਟ ਦੇਵੇ ਔਰ ਦਾ ਮਿਨਿਸਟਰ ਸ਼ੁੱਡ ਇਮੀਡੀਏਟਲੀ ਰਿਜ਼ਾਈਨ। ਇੱਕ ਸ਼੍ਰੀ ਨਰਿੰਦਰ ਮੋਦੀ ਲਗਾਤਾਰ 20 ਵਰੇ, ਜਦੋਂ ਪਹਿਲਾਂ 15 ਵਰੇ ਗੁਜਰਾਤ ਵਿੱਚ ਔਰ ਦੇਸ਼ ਦੇ ਪ੍ਰਾਈਮ ਮਿਨਿਸਟਰ ਬਣ ਕੇ ਉਸ ਤੋਂ ਪਹਿਲਾਂ ਕਾਂਗਰਸ ਦੇ तमाम ਲੀਡਰਾਂ ਦੀ, ਹੋਰ ਪਾਰਟੀਆਂ ਦੇ ਨੇਤਾਵਾਂ ਦੀ ਨਿੰਦਿਆ ਕਰਦੇ ਰਹੇ ਹੈ ਕਿ ਅਗਰ ਕਿਸੇ ਤੇ ਇਹ ਇਲਜ਼ਾਮ ਔਰ FIR ਦਰਜ ਹੋ ਜਾਂਦੀ ਹੈ ਤਾਂ 1 ਮਿੰਟ ਵੀ ਨਹੀਂ ਰੁਕਣਾ ਚਾਹੀਦਾ, ਉਹਦੇ ਖਿਲਾਫ ਡਿਸਮਿਸਲ ਦਾ ਅੱਜ ਹੀ ਕੈਬਨਿਟ ਨੂੰ ਡਿਸੀਜਨ ਲੈਣਾ ਚਾਹੀਦਾ ਜੀ। ਬਰਾੜ ਸਾਹਿਬ, ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਦੇ ਆ, ਖਾਸ ਕਰਕੇ BJP ਨੂੰ ਦੇਖਦੇ ਆ, ਪੰਜਾਬ BJP ਨੂੰ ਮੈਂ ਪਰਸੋਂ ਹੀ ਮੁਲਾਕਾਤ ਕੀਤੀ ਆ ਸੁਰਜੀਤ ਕੁਮਾਰ ਜਾਨੀ ਦੇ ਨਾਲ। ਉਹਨਾਂ ਨੇ ਹਜੇ ਵੀ ਦਾਅਵਾ ਕੀਤਾਗਾ ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਵੀ ਜਿਹੜੇ 700 ਕਿਸਾਨ ਭਰਾ ਸ਼ਹੀਦ ਹੋਏ ਨੇ, ਵੀ ਸ਼ਹੀਦ ਦੀ ਤੁਸੀਂ ਪਰਿਭਾਸ਼ਾ ਕਿਵੇਂ ਦੋਗੇ, ਉਹ ਤਾਂ ਸ਼ਹੀਦ ਮੰਨਦੇ ਹੀ ਨਹੀਂ ਉਹਨਾਂ ਨੂੰ। ਤੁਸੀਂ ਕਿਵੇਂ ਦੇਖਦੇ ਹੋ ਵੀ ਐਡੇ ਸੀਨੀਅਰ ਲੀਡਰ ਨੇ ਇਹ ਬਿਆਨ ਦਿੰਦੇ ਨੇ? ਕੀ ਤੁਹਾਨੂੰ ਲੱਗਦਾ ਇੱਕ ਗਵਰਨਰ ਰਾਜ ਦੀ ਵੀ ਜਿਹੜੀ ਗੱਲ ਚੱਲਦੀ ਆ, ਚਾਹੇ ਉਹ ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਜਾਂ ਹੁਣ ਤਾਂ ਲੀਡਰ ਵੀ ਕਹਿਣ ਲੱਗੇ, ਤੁਹਾਨੂੰ ਲੱਗਦਾ ਵੀ ਜਿਹੜੀ ਖੇਡ ਆ ਉਧਰ ਨੂੰ ਜਾ ਰਹੀ ਹੈ, ਜਿਹੜੀਆਂ ਗੱਲਾਂ ਤੋਂ ਪੰਜਾਬ ਭਰਤਾ ਹੈਗਾ ਉਸ ਗੱਲਾਂ ਵੱਲ ਹੀ ਪੰਜਾਬ ਨੂੰ ਲਿਆਇਆ ਜਾ ਰਿਹਾ? ਅੱਜ ਤੋਂ 1 ਵਰ੍ਹਾ ਪਹਿਲਾਂ ਸੁਰਜੀਤ ਜਾਨੀ ਜਦੋਂ ਇੰਟਰਵਿਊ ਦਿੰਦੇ ਸਨ ਜਾਂ ਕੋਈ ਗੱਲਬਾਤ ਕਰਦੇ ਸਨ, ਕਿਉਂਕਿ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ, ਮੈਂ ਤਾਂ ਉਹਨਾਂ ਦੇ ਪਿਤਾ ਜੀ ਦੇ ਵੀ ਦਰਸ਼ਨ ਕੀਤੇ ਨੇ, ਬਹੁਤ ਕਾਮਯਾਬ ਔਰ ਸਫਲ ਕਿਸਾਨ ਉਹ ਪਰਿਵਾਰ ਰਿਹਾ ਹੈ। ਲੇਕਿਨ ਆ ਪਿਛਲੇ ਦਿਨਾਂ ਵਿੱਚ ਮੈਂ ਤੁਹਾਡਾ ਵੀ ਇੰਟਰਵਿਊ ਧਾਲੀਵਾਲ ਜੀ ਸੁਣਿਆ, ਮੈਂ ਸਮਝਦਾ ਕਿ ਸੱਤਾ ਔਰ ਤਾਕਤ ਦਾ ਜਿਹੜਾ ਨਸ਼ਾ ਹੈ ਔਰ ਜੋ ਹਕੂਮਤ ਦੀ ਮਦਦ ਕਰਨ ਦਾ, ਚਾਹੇ ਉਹ ਡਿਕਟੇਟਰਾਨਾ ਹਿਟਲਰ ਵਾਂਗ ਲੋਕਾਂ ਨੂੰ ਦਰੜਦੇ ਮਾਰਦੇ ਜਾਣ ਕਨਸੈਂਟਰੇਸ਼ਨ ਕੈਂਪਾਂ ਦੇ ਵਿੱਚ, ਲੇਕਿਨ ਜਿਹੜੇ ਉਹਨਾਂ ਦੇ ਬੰਦੇ ਹੈ ਉਹ ਉਹਨੂੰ ਸੱਚ ਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੈ। ਸੁਰਜੀਤ ਜਾਨੀ ਦੀ ਸਾਰੇ ਇੰਡੀਆ ਵਿੱਚ ਨਿੰਦਿਆ ਹੋ ਰਹੀ ਹੈ ਕਿ ਜਾਣਦਿਆਂ ਹੋਇਆਂ ਕਿ ਕਿਸਾਨੀ ਦੀ ਕੀ ਹਾਲਤ ਹੈ, ਇਹ ਜਾਣਦਿਆਂ ਹੋਇਆਂ ਕਿ ਕਿਸਾਨ ਵਾਇਲੈਂਟ ਨਹੀਂ, ਇਹ ਜਾਣਦਿਆਂ ਹੋਇਆਂ ਕਿ ਕਿਸਾਨ ਕੌਮਨਲ ਨਹੀਂ, ਇਹ ਜਾਣਦਿਆਂ ਹੋਇਆਂ ਕਿ ਕਿਸਾਨੀ ਜਿਹੜੀ ਹੈ ਉਹ ਧਰਤੀ ਪੁੱਤਰ ਹੈ ਔਰ ਉਹ ਧਰਤੀ ਪੁੱਤਰ ਹੋ ਕੇ ਜਿਹੜਾ ਇਸ ਪ੍ਰਕਾਰ ਪੇਸ਼ ਆ ਰਹੇ ਨੇ। ਮੈਂ ਉਹਨਾਂ ਦੀਆਂ ਇੰਟਰਵਿਊਜ਼ ਦੇਖੀਆਂ, ਮੈਂ ਸਮਝਦਾ ਕਿ ਉਹ ਅਲੱਗ ਥਲੱਗ ਅੱਜ ਪੰਜਾਬ 'ਚ ਉਹ ਸਰਕਾਰਾਂ ਬਣਾਉਣ ਦੀ ਗੱਲ ਕਰਦੇ ਆ। ਸਰਕਾਰਾਂ ਤਾਂ ਮੈਂ ਸਮਝਦਾ BJP ਨੇ ਜੋ ਕੁਝ ਕਰ ਲਿਆ, ਜੋ ਕੁਝ RSS ਦਾ ਪ੍ਰੋਪੇਗੈਂਡਾ ਹੈ, ਜੋ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ RSS ਦੀਆਂ ਨੀਤੀਆਂ ਬਾਰੇ ਕਹਿ ਚੁੱਕੇ ਨੇ, ਉਸ ਤੋਂ ਬਾਅਦ ਕਦੇ ਮੌਕਾ ਨਹੀਂ ਮਿਲੇਗਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਇਸ ਹਾਲਾਤ ਦੇ ਵਿੱਚ ਆਪਣੀ ਰਾਜਨੀਤਿਕ ਸਪੇਸ ਉਹ ਲੱਭਦੇ ਰਹਿ ਜਾਣਗੇ, ਢੂੰਡਤੇ ਰਹਿ ਜਾਣਗੇ। ਕੋਈ ਬੰਦਾ ਪੰਜਾਬੀ, ਨਾਟ ਓਨਲੀ ਸਿੱਖ, ਨਾਟ ਓਨਲੀ ਕਿਸਾਨ, ਜੱਟ ਇਕੱਲਾ ਕਿਸਾਨ ਨਹੀਂ, ਉਧਰਲੇ ਪਾਸੇ ਸਾਰੇ ਇਲਾਕੇ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਥੱਲੇ ਉੱਥੇ ਸੈਣੀ, ਉੱਥੇ ਰਾਜਪੂਤ, ਉੱਥੇ ਕੰਬੋਜ ਸਿੱਖ, ਇੱਥੇ ਦੁਆਬੇ ਦੇ ਅੰਦਰ, ਇੱਧਰ ਮਾਲਵੇ ਦੇ ਅੰਦਰ ਖਿੱਤਿਆਂ ਦੇ ਅੰਦਰ ਜਿਹੜੇ ਆਪਣੇ ਬਾਰਡਰ ਏਰੀਆਜ਼ ਨੇ, ਰਾਏ ਸਿੱਖ, ਕੰਬੋਜ, ਉੱਥੇ ਬਿਸ਼ਨੋਈ ਬਰਾਦਰੀ, ਉੱਥੇ ਜਾਟ ਬਰਾਦਰੀ, ਇੱਥੋਂ ਤੱਕ ਕਿ ਕ੍ਰਿਸਚਨ ਵੀ ਕਈ ਥਾਵਾਂ ਤੇ ਖੇਤੀ ਕਰਦੇ ਹੈ। ਇਹ ਖੇਤੀ ਪ੍ਰਧਾਨ ਸੂਬਾ ਹੈ। ਬਿਲਕੁਲ ਹੋਸ਼ ਮੇ ਆਓ, ਹੋਸ਼ ਮੇ ਆਓ। ਸ਼ਬਦਾਂ ਦਾ ਬੜਾ ਮਹੱਤਵ ਹੈ, ਸ਼ਬਦਾਂ ਦੀ ਇਸਤੇਮਾਲ ਗਲਤ ਮਤ ਕਰੋ ਧਰਤੀ ਬਾਰੇ। ਸੁਰਜੀਤ ਕੁਮਾਰ ਜਾਨੀ ਸਾਹਿਬ ਜਾਂ ਹਰਜੀਤ ਗਰੇਵਾਲ ਸਾਹਿਬ, ਪਲੀਜ਼ ਕੰਟਰੋਲ ਯੋਰ ਟੰਗ। ਇਹ ਤੁਸੀਂ ਜਿਸ ਪ੍ਰਕਾਰ ਇੰਟਰਵਿਊਜ਼ ਆਪਦੇ ਜਣੇ ਸ਼ੋਅ ਕਰਦੇ ਹੋ ਹਿੰਦੁਸਤਾਨ ਦੀ ਸਰਕਾਰ ਨੂੰ ਬੇਬਾਕੀ ਦੀਆਂ ਇੰਟਰਵਿਊਜ਼ ਦੇਣ ਦਾ, ਉਹ ਬੇਬਾਕੀ ਨਹੀਂ ਹੈ,
ਉਹ ਆਪਦੇ ਵਤਨ ਨਾਲ, ਆਪਦੀ ਧਰਤੀ ਨਾਲ, ਆਪਦੀ ਮਿੱਟੀ ਨਾਲ, ਆਪਦੇ ਲੋਕਾਂ ਨਾਲ ਗੱਦਾਰੀ ਹੈ। ਉਹ ਗੱਦਾਰੀ ਮੈਂ ਇਸ ਕਰਕੇ ਕਹਾਂਗਾ ਕਿ ਨੰਦ ਸਿੰਘ ਜਿਨ੍ਹਾਂ ਦਾ ਬੁੱਤ ਲੱਗਿਆ ਬਠਿੰਡੇ ਦੇ ਚੌਕ 'ਚ ਜੀ, ਕਿਸੇ ਨੂੰ ਅੱਜ ਤੱਕ ਆਰਮੀ ਧਾਲੀਵਾਲ ਸਾਹਿਬ 2 ਅਵਾਰਡਸ ਵਿਕਟੋਰੀਆ ਕ੍ਰਾਸ ਐਂਡ ਮਹਾਵੀਰ ਚੱਕਰ ਨਹੀਂ ਮਿਲਿਆ। ਅਸੀਂ ਉਹਨਾਂ ਦੇ ਵਾਰਸ ਹੋ ਕੇ ਅੱਜ ਸਰਹੱਦਾਂ ਤੇ ਡੋਕਲਾਮ ਤੋਂ ਲੈ ਕੇ ਔਰ ਅਰੁਣਾਚਲ ਪ੍ਰਦੇਸ਼ ਦੀਆਂ ਪਹਾੜੀਆਂ ਤੱਕ, ਮਾਨਸਾ, ਬਠਿੰਡਾ, ਮਾਲਵਾ, ਪੰਜਾਬ, ਹਰਿਆਣਾ, ਸਾਰੇ ਉੱਤਰੀ ਭਾਰਤ ਦੇ ਜਿਹੜੇ ਜਵਾਨ ਉਹ ਰਾਖੀ ਕਰ ਰਹੇ ਹੋਣ ਤੇ ਉਹਨਾਂ ਦੀਆਂ ਮਾਤਾਵਾਂ ਤੇਜ ਕੌਰ ਦੇ ਰੂਪ 'ਚ 101 ਵਰਿਆਂ ਦੀ ਉਮਰ ਵਿੱਚ ਗੱਡੀ ਦੀਆਂ ਲਾਈਨਾਂ ਤੇ ਲੰਮੇ ਪੈਣ ਤੋਂ ਬਾਅਦ ਪਹਿਲੀ ਸ਼ਹਾਦਤ ਤੇਜ ਕੌਰ ਦੀ ਹੋਈ ਔਰ 90 ਵਰਿਆਂ ਦੀ ਉਹਨਾਂ ਦੀ ਉਮਰ ਸੀ। ਕੁਛ ਉੱਠੋ, ਕੁਛ ਧਰਤੀ ਦਿਓ ਲਾਲੋ, ਪਹਿਚਾਨੋ ਸੱਚ ਕਿੱਥੇ ਹੈ। ਸੱਚ ਜ਼ਿੰਦਾ ਰਹੇਗਾ। ਸੱਚ ਨੂੰ ਸੱਤਾ ਨਹੀਂ ਬਦਲ ਸਕਦੀ, ਸੱਚ ਨੂੰ ਹਕੂਮਤਾਂ ਨਹੀਂ ਬਦਲ ਸਕਦੀਆਂ, ਸੱਚ ਨੂੰ ਨੇਤਾ ਨਹੀਂ ਬਦਲ ਸਕਦੇ। ਇਹ ਧਰਤੀ ਦੇ ਪੁੱਤਰਾਂ ਦਾ ਸੱਚ ਹੈ, ਇਹਦੀ ਸੱਚ ਦੀ ਜਿੱਤ ਹੋਏਗੀ। ਜੀ ਬਰਾੜ ਸਾਹਿਬ, ਜੇ ਆਪਾਂ ਗੱਲ ਕਰਦੇ ਹਾਂ, ਮੈਂ ਉਹਨਾਂ ਨੂੰ ਇੱਕ ਹੋਰ ਵੀ ਸਵਾਲ ਪੁੱਛਿਆ ਸੀ ਵੀ ਜੇ ਕੱਲ੍ਹ ਨੂੰ ਫਰਜ਼ ਕਰ ਲਓ ਤੁਸੀਂ ਸੀਟਾਂ ਜਿੱਤ ਜਾਂਦੇ ਹੋ, ਕੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜਾ 9 ਮਾਸ ਦਾ ਰਿਸ਼ਤਾ ਉਹ ਦੁਬਾਰਾ ਇੱਕ ਹੋ ਸਕਦਾ ਗਾ? ਹੁਣ ਤੁਸੀਂ ਵੀ ਸੀਨੀਅਰ ਲੀਡਰ ਹੋ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਹੋ, ਕੀ ਤੁਹਾਨੂੰ ਲੱਗਦਾ ਵੀ ਜੇ ਇਹੋ ਜਿਹੀ ਸਿਚੁਏਸ਼ਨ ਆ ਗਈ ਪੰਜਾਬ ਦੇ ਵਿੱਚ, ਜੇ ਅਕਾਲੀ ਦਲ ਕੋਲੇ ਜ਼ਿਆਦਾ ਸੀਟਾਂ ਹੋਈਆਂ, ਉਧਰੋਂ ਬੀਜੇਪੀ ਕੋਲੇ, ਫਿਰ ਜੇ ਰਲੇਵਾਂ ਹੋ ਗਿਆ, ਅੱਜ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਜਾਂ ਹੋਰ ਸੀਨੀਅਰ ਲੀਡਰ ਕਹਿ ਰਹੇ ਨੇ ਅਕਾਲੀ ਦਲ ਦੇ, ਫਿਰ ਕਿਵੇਂ ਸਾਹਮਣਾ ਹੋਊਗਾ ਇਹ ਗੱਲਾਂ ਦਾ? ਬਹੁਤ ਧਾਲੀਵਾਲ ਸਾਹਿਬ, ਤੁਸੀਂ ਵੀ ਇਸ ਧਰਤੀ ਦੇ ਖਿੱਤੇ ਦੇ ਪੁੱਤਰ ਹੋ। ਬਹੁਤ ਚੰਗਾ ਸਵਾਲ ਹੈ। ਮੈਂ ਇਹਦਾ ਬੜਾ ਸਪਸ਼ਟ ਜਵਾਬ ਦੇਣਾ ਚਾਹੁੰਦਾ ਜੀ। ਇਹ ਵਿਚਾਰਧਾਰਕ ਵਖਰੇਵਾਂ ਹੈ, ਇਹ ਬਹੁਤ ਵੱਡਾ ਵਖਰੇਵਾਂ ਹੈ। ਇਹ ਪਾੜ ਕਦੇ ਪੁਰ ਨਹੀਂ ਹੋ ਸਕੇਗਾ ਕਿਉਂਕਿ ਇੱਕ ਪਾਸੇ ਹਿੰਦੀ, ਹਿੰਦੂ, ਹਿੰਦੁਸਤਾਨ ਦਾ ਨਾਰਾ ਜੋ ਹੈ ਉਹ ਦਿੱਤਾ ਗਿਆ ਹੈ। ਇੱਕ ਪਾਸੇ ਨਾਰਾ ਦਿੱਤਾ ਗਿਆ ਹੈ ਕਿ ਕੇਵਲ ਹਿੰਦੂ ਉੱਤਮ ਹੈ। ਇਹ ਧਰਤੀ ਸਾਂਝੇ ਪੰਜਾਬ ਦੀ ਧਰਤੀ ਹੈ। ਇਹ ਧਰਤੀ ਮਾਨਸ ਕੀ ਜਾਤ ਸਭ ਇੱਕ ਪਹਿਚਾਨ वो ਦੀ ਧਰਤੀ ਹੈ। ਇਸ ਧਰਤੀ ਨੇ ਅਬਦਾਲੀਆਂ, ਦੁਰਾਨੀਆਂ, ਇਰਾਨੀਆਂ, ਤੁਰਾਨੀਆਂ 15 ਹਮਲਾਵਰਾਂ ਨੂੰ ਇੱਥੋਂ ਭਜਾਇਆ। ਹਾਲਾਂਕਿ ਉਦੋਂ ਵੀ ਜਿਹੜੇ ਵੱਡੇ ਬੰਦੇ ਆ, ਰਾਜੇ ਮਹਾਰਾਜੇ, ਤਾਂ ਸਿੱਕਾ ਚਲਾਉਂਦੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜਾਂ ਨੇ ਅਬਦਾਲੀ ਦੇ ਨਾਂ ਦਾ ਸਿੱਕਾ ਪਹਿਲਾ ਜਿਹੜਾ ਚੱਲਿਆ ਪੰਜਾਬ ਦੇ ਵਿੱਚ, ਉਹ ਇਹਨਾਂ ਵੱਲੋਂ ਚਲਾਇਆ ਗਿਆ, ਰਜਵਾੜਿਆਂ ਵੱਲੋਂ। ਜਲਿਆਂਵਾਲੇ ਬਾਗ 'ਚ ਗਦਾਰੀ ਕੀਤੀ। ਇਹਨਾਂ ਬੰਦਿਆਂ ਨੇ ਹਮੇਸ਼ਾ ਮੁਗਲਾਂ ਦੇ ਨਾਲ ਖੜੇ, ਉਸ ਤੋਂ ਬਾਅਦ ਗੋਰਿਆਂ ਨਾਲ ਖੜੇ, ਉਸ ਤੋਂ ਬਾਅਦ ਧਰਤੀ ਪੁੱਤਰਾਂ ਨੂੰ ਫੜਾਉਣ ਵਿੱਚ, ਗਵਾਹੀਆਂ ਦੇਣ ਵਿੱਚ ਇਹ ਵੱਡੇ ਰਜਵਾੜਿਆਂ ਦਾ, ਕੈਪਟਨ ਅਮਰਿੰਦਰ ਸਿੰਘ ਦੇ ਘਰਾਣਿਆਂ ਦਾ ਹੱਥ ਰਿਹਾ ਹੈ। ਇਹ ਤਾਂ ਪਤਾ ਨਹੀਂ ਕੀ ਦੌਰ ਹੈ ਪੰਜਾਬ ਦਾ। ਇੰਨਾ ਕੁਝ ਜਾਣਦਿਆਂ ਹੋਇਆਂ ਵੀ ਪੰਜਾਬ ਦਾ ਇੱਕ ਦੌਰ ਜਿਹੜਾ ਹੈ ਉਹ ਇਹਨਾਂ ਦੇ ਹਿੱਸੇ ਪੈ ਗਿਆ। ਇਹ ਬਰਬਾਦ ਕਰਕੇ ਅੱਜ ਪੰਜਾਬ ਦੀ ਅਜ਼ਮਤ ਦਾ ਸੌਦਾ ਕਰਨ ਕੈਪਟਨ ਅਮਰਿੰਦਰ ਸਿੰਘ ਲੱਗੇ ਹੋਏ ਹੈ ਕਿ ਕਿਸ ਪ੍ਰਕਾਰ ਮੈਂ ਸੱਤਾ ਦਾ ਸੌਦਾ ਕਰ ਲਵਾਂ। ਜਿਸ ਤਰ੍ਹਾਂ ਇਹ ਸੰਭਵ ਨਹੀਂ ਕਿ ਕਦੇ ਵਿਚਾਰਧਾਰਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਨਹੀਂ ਖੜ ਸਕੇਗਾ। ਸਾਡੀ ਸਾਂਝ ਜੋ ਰਹੀ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਵੇਲੇ ਭਾਜਪਾ ਨਾਲ, ਉਹ ਪੰਜਾਬ ਦੇ ਵਧੇਰੇ ਹਿੱਤਾਂ ਵਿੱਚ ਸੀ, ਉਹ ਪੰਜਾਬ ਦੇ ਪਰਮਾਨੈਂਟ ਪੀਸ ਲਈ ਸੀ, ਉਹ ਪੰਜਾਬ ਦੇ ਅਮਨ ਲਈ ਸੀ। ਇਹ ਸਮਝੌਤਾ ਜਿਹੜਾ ਹੈ ਪੰਜਾਬ ਲਈ ਅਮਨ ਸਰਵਪ੍ਰਿਯ ਹੈ, ਸਰਵਪ੍ਰਿਯ ਰਹੇਗਾ। ਲੇਕਿਨ ਬੀਜੇਪੀ ਨੇ ਜਿਹੜਾ ਡਿਵਾਈਡ, ਖੱਟਰ ਵਰਗਾ ਬੰਦਾ ਇੱਕ ਪੰਜਾਬੀ ਹੋ ਕੇ ਕਰਨਾਲ ਇਹ ਬਿਆਨ ਦੇ ਰਿਹਾ ਹੈ ਕਿ ਇਹਨਾਂ ਨੂੰ ਹੁਣ ਸਬਕ ਸਿਖਾਉਣਾ ਸਾਨੂੰ ਆਉਂਦਾ ਹੈ, ਹੁਣ ਤਕੜੇ ਹੋ ਜਾਓ, ਤਿਆਰੀ ਕਰੋ, ਇਹਨਾਂ ਦਾ ਆਪਾਂ ਮੁਕਾਬਲਾ ਕਰਾਂਗੇ। ਆਪਦੇ ਲੋਕਾਂ ਨਾਲ ਲੜੋਗੇ, ਆਪਦੀ ਧਰਤੀ ਦੇ ਬੰਦਿਆਂ ਨਾਲ ਲੜੋਗੇ, ਸਰਹੱਦਾਂ ਤੇ ਲੜੋਗੇ ਕਿ ਆਪਦਿਆਂ ਬੰਦਿਆਂ ਨਾਲ ਲੜੋਗੇ? ਆਪਾਂ ਜਾਣਦੇ ਹਾਂ, ਸ਼ਾਇਦ ਕਿਸੇ ਨੇ ਪੰਜਾਬ ਦੀ ਟੈਲੀਵਿਜ਼ਨ ਵਿੱਚ ਇਹਦਾ ਵਰਣਨ ਨਹੀਂ ਕੀਤਾ। ਤਾਲਿਬਾਨ ਇਹ ਕਹਿ ਰਿਹਾ ਅੱਜ ਅਸੀਂ ਰੂਸ ਹਰਾਇਆ, ਅਸੀਂ ਅਮਰੀਕਾ ਹਰਾਇਆ, ਅਸੀਂ ਪਾਕਿਸਤਾਨ ਨਾਲ ਮਿਲ ਕੇ ਔਰ ਸਾਜ਼ਿਸ਼ਾਂ ਸਰਹੱਦਾਂ ਤੇ ਚੱਲ ਰਹੀਆਂ। ਅੱਜ ਇਹ ਗੱਲ ਤਰਕਸੰਗਤ ਨਹੀਂ ਕਿ ਪੰਜਾਬ ਦੀ ਧਰਤੀ ਦੇ ਔਰ ਪੰਜਾਬ ਦੇ ਬਾਰਡਰ ਏਰੀਆ ਦਾ ਜਿਹੜਾ ਸੈਂਸਿਟਿਵ ਇਲਾਕਾ ਹੈ, ਜਿੱਥੇ ਕਹਿੰਦੇ ਆ, ਪਖੰਡ ਵੀ ਕਰਦੇ ਆ, ਡਰੋਨ ਆ ਰਹੇ ਆ, ਪਤਾ ਨਹੀਂ ਆ ਰਹੇ ਆ ਨਹੀਂ ਆ ਰਹੇ, ਇਹ ਵੀ ਪੋਲਿਟਿਕਸ ਕ੍ਰੀਏਟ ਕੀਤੀ ਜਾ ਰਹੀ ਹੈ ਸਿਕਿਉਰਿਟੀ ਦੀ। ਅਮਰਿੰਦਰ ਸਿੰਘ ਦੀ ਪੋਲਿਟਿਕਸ ਸਾਰੀ ਦੀ ਸਾਰੀ ਨੈਸ਼ਨਲ ਸਿਕਿਉਰਿਟੀ ਦਾ ਹਊਆ ਖੜਾ ਕਰਕੇ, ਇਹ ਹਊਆ ਖੜਾ ਕੀਤਾ ਜਾਂਦਾ ਹੈ। ਇਹ ਨੈਰੇਟਿਵ ਦੀ ਤਿਆਰੀ ਹੁੰਦੀ ਹੈ। ਮੇਰਾ ਖਿਆਲ ਹੈ ਪਿਛਲੇ 50 ਸਾਲਾਂ ਤੋਂ ਇੱਕ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਹੈ ਕਿ ਹਮੇਸ਼ਾ ਨੈਸ਼ਨਲ ਸਿਕਿਉਰਿਟੀ ਨੂੰ ਲੋਕਾਂ ਨੂੰ ਡਿਵਾਈਡ ਕਰਨ ਲਈ ਸਾਹਮਣੇ ਲਿਆ ਲੈਣ। ਸਾਡੇ ਨਾਲੋਂ ਵੱਧ ਨੈਸ਼ਨਲ ਸਿਕਿਉਰਿਟੀ ਦਾ ਰਾਖਾ ਕੌਣ ਹੈ? ਸਾਡਿਆਂ ਬੰਦਿਆਂ ਨੇ 62, 65, 71 ਦੀਆਂ ਜੰਗਾਂ ਨੂੰ ਮੋਰਚਿਆਂ 'ਚ ਜਾ ਕੇ ਸਾਰੀ ਜੋ ਹੈ ਲੰਗਰ, ਪਾਣੀ, ਲੱਸੀ, ਸੇਵਾ, ਸੈਣੀਵਾਲਾ ਦੇ ਬਾਰਡਰਾਂ ਤੋਂ ਲੈ ਕੇ ਔਰ ਪੰਜਾਬ ਦੇ ਅੰਦਰ ਜੋ ਅੰਮ੍ਰਿਤਸਰ ਸਾਹਿਬ ਵਾਹਗਾ ਤੋਂ ਲੈ ਕੇ ਜੋ ਸੇਵਾ ਕੀਤੀ ਹੈ, ਇਹਦਾ ਕੋਈ ਮੁਕਾਬਲਾ ਨਹੀਂ।
95% ਕੁਰਬਾਨੀਆਂ ਦੇਸ਼ ਦੀ ਜੰਗੇ ਆਜ਼ਾਦੀ ਲਈ ਕੀਤੀਆਂ। ਸਭ ਤੋਂ ਵੱਧ ਗਦਰੀ ਬਾਬੇ, ਬੱਬਰ ਅਕਾਲੀ, ਕਿਰਤੀ ਕਿਸਾਨ ਲਹਿਰ, ਨਾਮਧਾਰੀ ਲਹਿਰ, ਅਕਾਲੀ ਲਹਿਰ, ਅਗਰ 8 ਲਹਿਰਾਂ ਇਸ ਦੇਸ਼ ਵਿੱਚ ਚੱਲੀਆਂ ਉਹ ਅਸੀਂ ਚਲਾਈਆਂ। ਤੇ ਹੁਣ ਤਾਂ ਸਾਬਤ ਹੋ ਗਿਆ ਧਾਲੀਵਾਲ ਜੀ, ਦੱਸਣਾ ਜ਼ਰੂਰੀ ਹੈ ਕਿ ਡ੍ਰੈਵਿਡੀਅਨਸ, ਜਿਹੜੇ ਡ੍ਰੈਵਿਡੀਅਨ ਸਾਊਥ 'ਚ ਨੇ, ਇਹ ਲੋਕਲ ਇਨਹੈਬੀਟੈਂਟਸ ਪੰਜਾਬ ਦੇ ਇਹ ਹੈ ਓਰੀਜਨਲੀ, ਔਰ ਉੱਥੇ ਰਸਾਲਾ ਨਿਕਲਦਾ ਰਿਹਾ ਡਰਾਵਿਡ ਪੰਜਾਬੀ ਦੇ ਵਿੱਚ, ਔਰ ਉਹ ਡ੍ਰੈਵਿਡ ਰਸਾਲਾ ਜਿਹੜਾ ਹੈ ਉਹ ਇਹ ਸਿੱਧ ਕਰਦਾ ਹੈ ਕਿ ਵਿਦੇਸ਼ੀ ਹਮਲਾਵਰਾਂ ਦਾ ਹੜੱਪੀਅਨ ਔਰਤਾਂ ਸਾਡੀਆਂ ਬਹੁਤ ਵੱਡੀਆਂ 4000 ਪਹਿਲਾਂ ਜਿਹੜੀਆਂ ਸਾਡੀਆਂ ਮਾਤਾਵਾਂ ਸਨ, ਉਹਨਾਂ ਨੇ ਇਹਨਾਂ ਦਾ ਮੁਕਾਬਲਾ ਕੀਤਾ ਵਿਦੇਸ਼ੀ ਹਮਲਾਵਰਾਂ ਦਾ। ਸਾਡਾ ਇਤਿਹਾਸ ਹੈ, ਸਾਡੀ ਧਰਤੀ ਸਿੰਧ ਤੋਂ ਲੈ ਕੇ ਪੰਜਾਬ ਤਾਈਂ, ਤੇ ਪੰਜਾਬ ਦੀ ਸਾਂਝੀ ਰਾਜਧਾਨੀ ਲਾਹੌਰ, ਤੇ ਹੁਣ ਛੋਟਾ ਹੋ ਕੇ ਪੰਜਾਬ 66 ਤੋਂ ਬਾਅਦ ਸਾਡੀ ਡਿਵੀਜ਼ਨ ਕਰਕੇ ਟੁਕੜੇ 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 ਕਰਕੇ ਸਾਡੀ ਤਾਕਤ ਨੂੰ ਘਟਾਇਆ ਜਾ ਰਿਹਾ। ਹੁਣ ਕਸ਼ਮੀਰ ਤੋਂ ਬਾਅਦ ਮੈਂ ਭਵਿੱਖਬਾਣੀ ਕਰਦਾ ਧਾਲੀਵਾਲ ਸਾਹਿਬ, ਯੂ ਆਰ ਅ ਯੰਗ ਮੈਨ, ਤੁਸੀਂ ਇਸ ਗੱਲ ਤੇ ਆਉਣ ਵਾਲੇ ਦਿਨਾਂ ਵਿੱਚ, ਸਾਲਾਂ ਵਿੱਚ ਫਖਰ ਮਹਿਸੂਸ ਕਰੋਗੇ। ਮੈਂ ਇਹ ਭਵਿੱਖਬਾਣੀ ਕਰਦਾ ਕਿ ਜਿਵੇਂ ਕਸ਼ਮੀਰ ਦਾ ਲੱਕ ਤੋੜ ਦਿੱਤਾ ਗਿਆ ਹੈ, ਹਿੰਦੁਸਤਾਨ ਦੇ ਨਕਸ਼ੇ ਤੋਂ ਕਸ਼ਮੀਰ ਉੱਡ ਗਿਆ ਹੈ, there is no state today as J&K, ਉਹ ਸਟੇਟ ਦੀ ਬਜਾਏ ਉਹਨੂੰ ਮਿਊਨਿਸਪਲ ਕਮੇਟੀ ਦਾ ਦਰਜਾ ਦੇ ਦਿੱਤਾ ਗਿਆ ਹੈ। ਇਵੇਂ ਪੰਜਾਬ ਨੂੰ ਫਰਦਰ ਡਿਵੀਜ਼ਨ, ਮੈਂ ਦੱਸਦਾ ਕਿਵੇਂ। ਪਰਸੋਂ ਤਿਆਰੀ ਹੋ ਰਹੀ ਸੀ ਪਿੰਡਾਂ 'ਚ ਗੁਲਾਬੀ ਸੁੰਡੀ ਦੇ ਖਿਲਾਫ, ਪਿੰਡਾਂ ਦੇ ਨੌਜਵਾਨ, ਪਿੰਡਾਂ ਦੇ ਕਿਰਤੀ ਕਾਮੇ ਗਰੀਬ ਕਿਸਾਨ, ਜਿਨ੍ਹਾਂ ਨੇ 60-60 ਹਜ਼ਾਰ ਰੁਪਏ ਦੇ ਠੇਕੇ ਭਰ ਕੇ, ਜਦੋਂ ਨਰਮਾ ਸੁੰਡੀ ਦਾ ਬਰਬਾਦੀ ਹੋ ਗਈ ਖੇਤਾਂ ਦੀ ਔਰ ਘਰਾਂ ਵਿੱਚ 70 ਵਿਛ ਗਏ, ਖੁਦਕਸ਼ੀਆਂ ਹੋ ਗਈਆਂ, ਉਹ ਤਿਆਰੀ ਕਰ ਰਹੇ ਆ ਵਿਰੋਧ ਕਰਨ ਦਾ, ਇਕੱਠੇ ਹੋ ਕੇ ਜਾ ਰਹੇ ਆ। ਲੇਕਿਨ ਕੁਝ ਸ਼ਕਤੀਆਂ ਜਿਹੜੀਆਂ ਮੈਂ ਮਹਿਸੂਸ ਕਰਦਾ, ਮੈਂ ਇੱਕ ਨਿਮਰਤਾ ਨਾਲ ਕਹਿਣਾ ਚਾਹੁੰਦਾ, ਅਣਜਾਣ ਹਨ। ਉਹ ਇਸ ਗੱਲ ਤੋਂ ਅਣਜਾਣ ਹਨ ਅਸੀਂ ਕਿੰਨੇ ਕੁ % ਹਾਂ। ਜਿੰਨੇ ਕੁ ਅਸੀਂ % ਹੈ, ਸਾਡੇ ਵਿੱਚ 15 ਥਾਵਾਂ ਤੇ ਡਿਵੀਜ਼ਨ ਪੈਦਾ ਕੀਤੀ ਜਾ ਰਹੀ ਹੈ, ਲੜਾਈਆਂ ਪਿੰਡਾਂ 'ਚ ਕਰਾਈਆਂ ਜਾ ਰਹੀਆਂ। ਤੂੰ ਕਿੱਧਰ ਜਾ ਰਿਹਾ, ਤੂੰ ਕਿਉਂ ਜਾ ਰਿਹਾ, ਤੈਨੂੰ ਨਹੀਂ ਜਾਣਾ ਚਾਹੀਦਾ। ਅੱਗੋਂ ਜਵਾਬ ਮਿਲਦਾ ਹੈ ਕਿ ਗੁਰਦੁਆਰਾ ਸਾਹਿਬ ਇਕੱਠੇ ਹੋ ਜਾਓ, ਪਾਸੇ ਤੇ ਇਕੱਠੇ ਹੋ ਜਾਓ, ਆਪਸ 'ਚ ਨਾ ਲੜੋ। ਮੈਂ ਅੱਜ ਦੋਨੋਂ ਹੱਥ ਜੋੜ ਕੇ ਮੈਂ ਬਹੁਤ ਧੰਨਵਾਦ ਕਰਦਾ ਸ਼੍ਰੀ ਉਗਰਾਹਾਂ ਜੀ ਦਾ, ਦਰਸ਼ਨਪਾਲ ਹੋਰਾਂ ਦਾ, ਬਲਬੀਰ ਸਿੰਘ ਰਾਜੇਵਾਲ ਦਾ, ਔਰ ਅਨੇਕਾਂ ਕਿਸਾਨ ਲੀਡਰ ਜਿਨ੍ਹਾਂ ਨੇ ਅਪੀਲ ਕੀਤੀ ਹੈ ਕਿ ਸਾਡੀ ਲੜਾਈ ਪੋਲੀਟੀਕਲ ਪਾਰਟੀਆਂ ਨਾਲ ਨਹੀਂ, ਸਾਡੀ ਲੜਾਈ ਹਕੂਮਤ ਨਾਲ ਹੈ। ਆਓ ਕਤਾਰਬੰਦੀ ਕਰੀਏ, ਆਈਦਰ ਤੁਸੀਂ ਬੀਜੇਪੀ ਨਾਲ ਹੋ ਜਾਂ ਬੀਜੇਪੀ ਦੀ ਇਸ ਪਾਲਿਸੀ ਦੇ ਵਿਰੁੱਧ ਹੋ। ਅੱਜ ਪੰਜਾਬ ਦਾ ਇਹ ਨੈਰੇਟਿਵ ਮੰਗ ਕਰਦਾ। ਮੈਂ ਤਾਂ ਇੱਥੋਂ ਤੱਕ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਨੂੰ ਖੱਬੀਆਂ ਪਾਰਟੀਆਂ ਨੂੰ, ਕਿੱਡੇ ਕਿੱਡੇ ਵੱਡੇ ਲੀਡਰ ਪੈਦਾ ਹੋਏ ਨੇ, ਮਾਨਯੋਗ ਹਰਕਿਸ਼ਨ ਸਿੰਘ ਸੁਰਜੀਤ, ਮਾਨਯੋਗ ਸਤਪਾਲ ਡਾਂਗ, ਮਾਨਯੋਗ ਜਗੀਰ ਸਿੰਘ ਜੀ, ਸਾਡੇ ਮਹਾਨ ਜਿਨ੍ਹਾਂ ਨੇ ਕੁਰਬਾਨੀਆਂ ਦੇਸ਼ ਲਈ ਕੀਤੀਆਂ, ਹੋਰ ਅਨੇਕਾਂ ਲੀਡਰ ਜਿਨ੍ਹਾਂ ਦਾ, ਜਗਜੀਤ ਸਿੰਘ ਆਨੰਦ ਸਾਹਿਬ, ਜਿਨ੍ਹਾਂ ਦੇ ਆਰਟੀਕਲ, ਜਿਨ੍ਹਾਂ ਦੀਆਂ ਲਿਖਤਾਂ, ਜਿਨ੍ਹਾਂ ਦੀਆਂ ਕਿਤਾਬਾਂ ਇਹ ਵਾਰਨ ਕਰਦੀਆਂ ਰਹੀਆਂ ਪਹਿਲਾਂ, ਇੰਨੇ ਸਾਲ ਪਹਿਲਾਂ, ਕਿ ਕਮਿਊਨਲ ਫੋਰਸਿਸ ਨੂੰ ਅੱਗੇ ਨਾ ਆਉਣ ਦਿਓ, ਜਿਹੜੀਆਂ ਦੇਸ਼ ਨੂੰ ਡਿਵਾਈਡ ਕਰਨਾ ਚਾਹੁੰਦੀਆਂ। ਆਪਸ 'ਚ ਭਾਵੇਂ ਸਮਝੌਤਾ ਕਰ ਲਓ, ਖੱਬੀਆਂ ਪਾਰਟੀਆਂ ਵੀ, ਅਕਾਲੀ ਦਲ ਵੀ, ਲਾਈਕ ਮਾਈਂਡਡ ਪਾਰਟੀਆਂ ਵੀ, ਪਰ ਅਸੀਂ ਇਹਨਾਂ ਫੋਰਸਿਸ ਨੂੰ ਰੋਕ ਲਾਉਣੀ ਚਾਹੀਦੀ ਹੈ। ਬੜਾ ਖਤਰਨਾਕ ਮੋੜ ਹੈ ਹਿੰਦੁਸਤਾਨ ਤੇ ਪੰਜਾਬ ਦੀ ਰਾਜਨੀਤੀ ਦਾ। ਇਹ ਜਿਹੜਾ ਲਖੀਮਪੁਰ ਖੀਰੀ ਵਾਲੀ ਘਟਨਾ ਹੈ, ਇਹ ਘਟਨਾ ਵੀ ਜਿਸ ਤਰ੍ਹਾਂ ਪਹਿਲਾਂ ਘਟਨਾਵਾਂ ਕੀਤੀਆਂ ਗਈਆਂ ਚੋਣਾਂ ਤੋਂ ਪਹਿਲਾਂ, ਉੱਤਰ ਪ੍ਰਦੇਸ਼ ਦੀ ਚੋਣ ਬੜੀ ਮਹੱਤਵਪੂਰਨ ਹੈ। ਉੱਤਰ ਪ੍ਰਦੇਸ਼ ਬਦਲਣ ਜਾ ਰਿਹਾ ਭਾਜਪਾ ਨੂੰ। ਆਹ ਜਿਹੜੀ ਘਟਨਾ ਵਾਪਰੀ ਹੈ, ਇਹ ਡਿਜ਼ਾਈਨਡ ਘਟਨਾ ਹੈ, ਇਹ ਕਨਸਪੀਰੇਸੀ ਹੈ, ਇਹਦੀ ਤਿਆਰੀ ਕੀਤੀ ਗਈ ਹੈ, ਔਰ ਇਸ ਤਿਆਰੀ ਤੋਂ ਬਾਅਦ 90% ਕਿਹਾ ਜਾਏਗਾ ਇੱਕ ਪਾਸੇ ਹਿੰਦੂ ਹੈ, ਇੱਕ ਪਾਸੇ 10% ਜਿਹੜੇ ਉਹ ਧਰਤੀ ਪੁੱਤਰ ਹੈ। ਇਹ ਜਿਹਾ ਨੈਰੇਟਿਵ, ਹਾਲਾਂਕਿ ਉੱਥੇ ਤਾਂ ਪੰਡਤ ਜੀ, ਉੱਥੇ ਸ਼ਰਮਾ ਜੀ, ਉੱਥੇ ਯਾਦਵ ਪਰਿਵਾਰ, ਉੱਥੇ ਅਨੇਕਾਂ ਸਾਰੇ ਦੇ ਸਾਰੇ ਕਿਸਾਨੀ ਕਰਦੇ ਹੈ। ਮੁਸ਼ਕਿਲ ਹੋਏਗਾ ਇਹ ਡਿਵਾਈਡ ਕਰਨਾ, ਕਿਉਂਕਿ ਉਹ ਬਹੁਤ ਸੁਚੇਤ ਹੈ ਸੂਬਾ। ਮੈਂ ਬਹੁਤ ਉੱਤਰ ਪ੍ਰਦੇਸ਼ ਵਿੱਚ ਗਿਆ ਹੈ, ਉਹਨਾਂ ਨੇ ਐ ਮਾਰ ਨਹੀਂ ਖਾਣੀ ਕਿ ਤੁਸੀਂ ਇੱਕ ਥਾਂ ਤੇ ਝਗੜਾ ਕਰਵਾ ਕੇ ਉੱਤਰ ਪ੍ਰਦੇਸ਼ ਦੀ ਚੋਣ ਜਿੱਤ ਜਾਓਗੇ। ਲੋਕਾਂ 'ਚ ਬੜੀ ਸੁਚੇਤ ਔਰ ਦ੍ਰਿੜਤਾ ਜੀ। ਬਰਾੜ ਸਾਹਿਬ, ਮੈਂ ਘੁੰਮ ਕੇ ਉੱਥੇ ਹੀ ਆਊਂਗਾ। ਜੇ ਪੰਜਾਬ ਦੇ ਵਿੱਚ ਉਹ ਚੀਜ਼ ਦੁਬਾਰਾ ਹੋ ਗਈ, ਜਿਹੜੀ ਚੀਜ਼ ਹੁਣ ਤੁਸੀਂ ਸਾਰੀ ਗੱਲ ਦੱਸੀ ਆ, ਦਰਸ਼ਕਾਂ ਨੇ ਵੀ ਬੜੇ ਧਿਆਨ ਨਾਲ ਸੁਣੀ ਹੋਣੀ ਆ, ਜੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ, ਉਹਦੇ ਵਿੱਚ ਤੁਸੀਂ ਵੀ ਆਉਣੇ ਹੋ, ਜੇ ਕੋਈ ਇਹੋ ਜਿਹੀ ਚੀਜ਼ ਬਣ ਗਈ, ਜੇ ਫੇਰ ਸਮਝੌਤਾ ਕਰਨਾ ਪੈ ਗਿਆ, ਫੇਰ ਕਿਹੋ ਜਿਹੀ ਸਿਚੁਏਸ਼ਨ? ਮੈਂ ਤੁਹਾਨੂੰ ਕਹਿ ਰਿਹਾ, ਕੁਐਸਚਨ ਡਜ਼ਨਟ ਰਾਈਜ਼। ਮੈਂ ਕੋਰ ਕਮੇਟੀ ਦਾ ਮੈਂਬਰ ਹਾਂ, ਆਮ ਦ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਦ ਪਾਰਟੀ। ਮੇਰਾ 40 ਸਾਲ ਦਾ 45 ਸਾਲ ਦਾ ਪੰਜਾਬ ਦੀ ਪੋਲਿਟਿਕਸ ਦਾ ਤਜਰਬਾ ਹੈ। ਮੇਰੇ ਪੁਰਖੇ ਅਕਾਲੀ ਰਹੇ ਨੇ। ਮੈਂ ਅਕਾਲੀ ਦਲ ਦੀ ਸਿਆਸਤ ਨੂੰ
ਪੰਜਾਬ ਦੇ ਕੋਨੇ-ਕੋਨੇ ਵਿੱਚ ਸਮਝਦਾ ਹਾਂ ਜਿਸ ਪ੍ਰਕਾਰ ਦਾ ਵੱਡਾ ਪ੍ਰਹਾਰ ਰਾਜ ਸੱਤਾ ਸਭ ਕੁਝ ਨਹੀਂ ਹੈ ਜੀ ਧਾਲੀਵਾਲ ਜੀ, ਰਾਜ ਸੱਤਾ ਸਭ ਕੁਝ ਨਹੀਂ ਹੈ। ਅਗਰ ਸਾਡੇ ਬੰਦੇ ਤਾਂ 2/3 ਬਹੁਮਤ ਨਾਲ ਜਿੱਤ ਹੀ ਜਾਣੇ ਆ, ਅਗਰ ਘਟ ਵੀ ਜਾਂਦੇ ਆ ਬੰਦੇ, ਅਸੀਂ ਐਂਟੀ ਜਿਹੜੀਆਂ ਦੇਸ਼ ਦੀਆਂ ਫੋਰਸਿਸ ਹੈ, ਜਿਹੜੀਆਂ ਫੋਰਸਿਸ ਨੇ 10 ਮਹੀਨੇ ਤੋਂ 600 ਬੰਦਾ ਸ਼ਹੀਦ ਕੀਤਾ ਹੈ, ਇਹ ਬੈਟਰ ਹੋਏਗਾ ਕਿ ਲੋਕ ਫੈਸਲਾ ਕਰਕੇ ਬਹੁਮਤ ਦੇਣ ਸ਼੍ਰੋਮਣੀ ਅਕਾਲੀ ਦਲ ਨੂੰ। ਅਗਰ ਲੋਕਾਂ ਦਾ ਫਤਵਾ ਨਹੀਂ ਵੀ ਹੱਕ ਚ ਆਉਂਦਾ, ਵੀ ਵੁੱਡ ਲਵ ਟੂ ਸਿਟ ਇਨ ਦੀ ਆਪੋਜੀਸ਼ਨ। ਅਸੀਂ ਆਪੋਜੀਸ਼ਨ 'ਚ ਬੈਠਾਂਗੇ। ਔਰ ਮੈਂ ਕੱਲ੍ਹ ਐਲਾਨ ਕੀਤਾ, ਪਹਿਲਾਂ ਨਹੀਂ ਕਿਸੇ ਨੇ ਕਿਹਾ, ਕਿ ਸਵਾਮੀਨਾਥਨ ਰਿਪੋਰਟ ਜਿਹੜੀ 2007 ਦੇ ਵਿੱਚ 7 ਵੋਲਿਊਮਸ ਦੇ ਵਿੱਚ ਆਈ, ਉਹ ਮਨਮੋਹਨ ਸਿੰਘ ਹੋਰਾਂ ਨੇ ਵੀ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ। ਮੈਂ ਵਰਕਿੰਗ ਕਮੇਟੀ 'ਚ ਕਿਹਾ ਔਨ ਰਿਕਾਰਡ 2007 ਤੋਂ ਲੈ ਕੇ 13 ਤੱਕ ਮੈਂ ਕਿਹਾ ਲਾਗੂ ਕਰੋ। ਆਉਂਦਿਆਂ ਸਾਰ 2016 'ਚ ਜੇਟਲੀ ਸਾਹਿਬ ਦਾ ਰਾਜ ਸਭਾ 'ਚ ਬਿਆਨ ਹੈ ਕਿ ਡਬਲ ਇਨਕਮ ਹੋਏਗੀ, ਸੁਰਗਵਾਸੀ ਸੁਰਗਾਂ 'ਚ ਉਹਨਾਂ ਦਾ ਵਾਸਾ ਹੋਵੇ। ਇੱਕ ਵਿਦਵਾਨ ਆਦਮੀ ਸੀ, ਉਹਨੇ ਕਹਿ ਤਾਂ ਦਿੱਤਾ। ਮੈਂ ਉਹਨਾਂ ਨੂੰ ਲੌਬੀ 'ਚ ਪੁੱਛਿਆ, ਮੈਂ ਕਿਹਾ ਡਬਲ ਇਨਕਮ ਕਿਵੇਂ ਹੋਏਗੀ ਮਾਨਯੋਗ ਅਰੁਣ ਜੇਟਲੀ ਸਾਹਿਬ, ਇਹ ਬਿਲਕੁਲ ਝੂਠ ਹੈ। ਕਹਿੰਦੇ ਨਹੀਂ, ਅਸੀਂ ਇਸ ਗੱਲ ਦੀ ਕੋਸ਼ਿਸ਼ ਕਰਾਂਗੇ ਕਿ 50% ਅਬਵ ਜਿਹੜਾ ਇਨਪੁਟ ਕਾਸਟ ਹੈ ਉਹਦਾ ਜਿਹੜਾ ਪ੍ਰੋਫਿਟ ਆਵੇ। ਮੈਂ ਕਿਹਾ ਇਹ ਸਵਾਮੀਨਾਥਨ ਦੀਆਂ ਰਿਪੋਰਟਸ ਦੀਆਂ ਤਾਂ ਘੱਟੋ ਘੱਟ 70 ਮੁੱਦੇ ਹੋਰ ਹੈ ਕਿ ਕਿਸ ਪ੍ਰਕਾਰ ਦੇਸ਼ ਦੇ ਅੰਦਰ ਕਿਸਾਨੀ ਦਾ ਇਨਕਲਾਬ ਲਿਆਉਣਾ ਹੈ। ਪੰਜਾਬ ਦਾ ਪਾਣੀ ਖਰਾਬ ਹੋ ਗਿਆ ਸਾਰੇ ਬਲੋਕਾਂ ਦਾ, ਪੰਜਾਬ ਦੀ ਜ਼ਮੀਨ ਬੰਜਰ ਹੋਣ ਵੱਲ ਵੱਧ ਰਹੀ ਹੈ, ਰਿਪੋਰਟ ਲਾਗੂ ਨਹੀਂ ਹੋਈ। ਮੈਂ ਇਹ ਕਿਹਾ ਕੱਲ੍ਹ, ਜਿਹੜੀ ਕਮ ਔਨ ਦਾ ਆਈ ਵਿਲ ਕਮ ਔਨ ਦਾ ਪੁਆਇੰਟ। ਮੈਂ ਕਿਹਾ ਅਗਰ ਪੰਜਾਬ ਦੇ ਆਵਾਮ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਔਰ ਬਸਪਾ ਦੀ ਹਕੂਮਤ ਜਿਹੜੀ ਹੈ ਉਹ ਪੰਜਾਬ ਵਿੱਚ ਲੈ ਆਂਦੀ, ਆਪਣੇ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਰਾਹੀਂ ਅਗਰ ਵਾਹਿਗੁਰੂ ਨੇ ਉਹਨਾਂ ਨੂੰ ਮੌਕਾ ਦਿੱਤਾ, ਅਗਰ ਆਵਾਮ ਨੇ ਫਤਵਾ ਦਿੱਤਾ ਔਰ ਆਵਾਮ ਨੇ ਮੋੜਦਿਆਂ ਨੇ ਮੈਨੂੰ ਇਹ ਫਤਵਾ ਦਿੱਤਾ ਕਿ ਮੈਂ ਉਹਨਾਂ ਦੀ ਇੱਕ ਸੇਵਕ ਦੇ ਰੂਪ ਵਿੱਚ ਪ੍ਰਤੀਨਿਧਤਾ ਕਰ ਸਕਾਂ, ਈਵਨ ਐਜ਼ ਐਨ MLA, ਸਭ ਤੋਂ ਪਹਿਲਾ ਸਵਾਮੀਨਾਥਨ ਰਿਪੋਰਟ, ਬਿਕੋਜ਼ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ। ਐਗਰੀਕਲਚਰ ਦੇ ਉੱਤੇ ਸਵਾਮੀਨਾਥਨ ਰਿਪੋਰਟ ਨੂੰ ਸਦਨ ਦੇ ਪੱਟ ਤੇ ਪੇਸ਼ ਕਰਕੇ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਪਹਿਲਾ ਕੰਮ ਸਵਾਮੀਨਾਥਨ ਕਮੇਟੀ ਰਿਪੋਰਟ ਜਿਹੜੀ ਪੰਜਾਬ ਮਸਲੇ ਹੱਲ ਕਰ ਸਕਦਾ ਉਹ, and in coordination with the central forces on agriculture, ਅਸੀਂ ਇਹ ਕੋਸ਼ਿਸ਼ ਕਰਾਂਗੇ। 99% ਤਾਂ ਲਾਗੂ ਸੂਬਾ ਹੀ ਕਰ ਸਕਦਾ ਹੈ, ਉਹਦੇ 'ਚ ਕੋਈ ਬਹੁਤੀ ਵੱਡੀ ਗੱਲ ਨਹੀਂ। ਸੋ ਪਹਿਲਾ ਸਬਜੈਕਟ ਮੈਟਰ ਇਹ ਹੋਏਗਾ ਕਿ ਸਵਾਮੀਨਾਥਨ ਰਿਪੋਰਟ ਤੇ ਸਾਡੇ ਐਕਸਪਰਟਸ ਦੀ ਰਿਪੋਰਟ। ਸਾਡੇ ਬੰਦੇ ਵੀ ਬਹੁਤ ਮਾਰ ਰਹੇ ਹੈ, ਚਾਹੇ ਉਹ ਐਗਰੋ ਇਕੋਨੋਮਿਸਟ ਨੇ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਕੰਟਰੋਵਰਸੀਜ਼ ਅਰਾਈਜ਼ ਹੁੰਦੀਆਂ, ਪੋਜ਼ਿਟਿਵਿਟੀ ਨੈਗੇਟਿਵਿਟੀ, ਉਹਨਾਂ ਦੀ ਸੋਚ ਵਿਚਾਰਧਾਰਾ, ਕਈ ਵਾਰ ਮਤਭੇਦ ਹੁੰਦੇ ਆ, ਮਤਭੇਦ ਹੋਣੇ ਵੀ ਬੜੇ ਡੈਮੋਕ੍ਰੈਟਿਕ ਨੇ। ਮਗਰ ਸ਼ੇਰਗਿੱਲ ਦੀ ਰਿਪੋਰਟ ਹੈ ਇੱਕ PAU ਜਿਹੜੀ ਵਾਟਰ ਦਾ ਜਿਹੜਾ ਟੇਬਲ ਥੱਲੇ ਜਾ ਰਿਹਾ, ਉਹਦੇ ਤੇ ਅਮਲ ਹੋਵੇ। ਇੰਪੋਰਟੈਂਟ ਰਿਪੋਰਟਸ ਤੇ ਕਿਸੇ ਤੇ ਅਮਲ ਹੀ ਨਹੀਂ ਹੋਇਆ। ਬਰਾੜ ਸਾਹਿਬ, ਜਿਹੜੀ ਤੁਸੀਂ ਗੱਲ ਕਰੀ ਆ ਮੁੱਖ ਮੰਤਰੀ ਨੂੰ ਲੈ ਕੇ, ਬੜਾ ਵੱਡਾ ਤੁਸੀਂ ਬਿਆਨ ਦੇ ਗਏ, ਇਹ ਫਾਈਨਲ ਹੋ ਚੁੱਕਿਆ ਵੀ ਸੁਖਬੀਰ ਸਿੰਘ ਹੀ ਬਾਦਲ ਚਿਹਰਾ ਹੋਣਗੇ ਮੁੱਖ ਮੰਤਰੀ? ਜੀ ਡੈਫੀਨੇਟ, 100%, ਕੋਈ ਦੇयर इज नो ਡਾਊਟ। ਸਾਡੀ ਪਾਰਟੀ 'ਚ ਕਿਸੇ ਇੱਕ ਕਾਡਰ ਦੇ ਬੰਦੇ ਨੂੰ ਵੀ ਇਹ ਡਾਊਟ ਨਹੀਂ ਹੈ ਕਿ ਸੁਖਬੀਰ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ 11 ਸਾਲ ਤੋਂ ਜਿਸ ਪ੍ਰਕਾਰ ਜਦੋਜਹਿਦ ਕੋਵਿਡ ਦੇ ਖਿਲਾਫ, ਜਿਸ ਪ੍ਰਕਾਰ ਉਹਨਾਂ ਨੇ ਸੰਘਰਸ਼ ਲੜਿਆ, ਪਾਰਟੀ ਨੂੰ ਆਰਗੇਨਾਈਜ਼ ਕੀਤਾ ਹੈ, ਕਾਡਰ ਨੂੰ ਬਿਲਡ ਕੀਤਾ ਹੈ, ਯੂਥ ਮੂਵਮੈਂਟ ਬਿਲਡ ਕੀਤੀ ਹੈ, SOI ਬਿਲਡ ਕੀਤੀ ਹੈ, ਹੀ ਇਜ਼ ਆਵਰ ਲੀਡਰ, ਹੀ ਵਿਲ ਲੀਡ। ਬਰਾੜ ਸਾਹਿਬ, ਇੱਕ ਹੋਰ ਜਿਹੜੀ ਧਾਰਨਾ ਬਣੀ ਹੋਈ ਹੈ, ਇੱਕ ਬੜੇ ਲੋਕ ਇਹ ਵੀ ਕਹਿੰਦੇ ਆ, ਵਿਰੋਧੀ ਵੀ ਇੱਥੋਂ ਤੱਕ ਕਹਿੰਦੇ ਆ, ਖਾਸ ਕਰਕੇ ਜਿਹੜੇ ਹੁਣ ਨਵੇਂ ਲੀਡਰ ਬਣੇ ਆ, ਉਹ ਵੀ ਕਹਿੰਦੇ ਆ ਵੀ ਸ਼੍ਰੋਮਣੀ ਅਕਾਲੀ ਦਲ ਉਹ ਅਕਾਲੀ ਦਲ ਨਹੀਂ ਰਿਹਾ ਜਿਵੇਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਵੇਲੇ ਹੁੰਦਾ ਸੀ। ਹੁਣ ਇੱਕ ਬਿਜ਼ਨਸ ਮਾਈਂਡਡ ਹੋ ਗਿਆ, ਵੀ ਬਿਜ਼ਨਸ ਦੀ ਤਰ੍ਹਾਂ ਚੱਲਦਾ ਗਾ। ਉਹਨੂੰ ਕਿਵੇਂ ਦੇਖਦੇ ਹੋ? ਕਿ ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ, ਕਹਿੰਦੇ ਇਹ ਸਾਰਾ ਕੁਝ ਅਕਾਲੀ ਦਲ ਦੀ ਹੀ ਦੇਣ ਆ। ਜੇ ਰਾਜਾ ਵੜਿੰਗ ਦੇ ਬਿਆਨ ਦੇਖ ਲਓ ਜਾਂ ਕਿਸੇ ਵੀ ਹੋਰ ਲੀਡਰ ਦੇ ਬਿਆਨ ਦੇਖ ਲਓ, ਕਹਿੰਦੇ ਵੀ ਇਹ ਸਾਰਾ ਕੁਝ ਜਿਹੜੇ ਮਾਫੀਏ ਸ਼ਬਦ ਆ ਇਹ ਅਕਾਲੀ ਦਲ ਹੀ ਲੈ ਕੇ ਆਏ, ਸਾਰਾ ਕੁਝ ਅਕਾਲੀ ਦਲ ਨੇ ਆਪਦੇ ਬਿਜ਼ਨਸ ਦੇ ਲਈ ਕੀਤਾ। ਇੱਕ ਪੰਜਾਬੀ ਸਾਹਿਤ ਦੇ ਵਿੱਚ ਬੜੇ ਵੱਡੇ ਸਾਹਿਤਕਾਰ ਨੇ ਕਿਹਾ, ਇਹਨੂੰ ਕਹਿੰਦੇ ਸਵੈ ਰੋਮਾਂਸ। ਇਹ ਸਵੈ ਨਾਲ ਰੋਮਾਂਸ ਕਰਦੇ ਆ ਜਿਹੜੇ ਬੰਦੇ ਇਹ ਗੱਲਾਂ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਬਾਰੇ ਇੱਕ ਬੰਦੇ ਨੇ ਕਿਹਾ ਕਿ 2020 ਦੇ ਵਿੱਚ ਇਹ ਖਤਮ ਹੋ ਜਾਏਗਾ। ਇੱਕ ਮਸਖਰਾ ਹੈ ਪੰਜਾਬ ਦਾ ਰਾਜਨੀਤੀ ਵਿੱਚ, ਜਿਹੜੇ ਮਸਖਰੇ ਔਰ ਜਿਹੜੇ ਜੋਕਰਸ ਨੇ ਉਹ ਇੱਕ ਪਾਰਟੀ ਨੂੰ ਹੀ ਖਤਮ ਕਰਨ ਤੁਲ ਗਏ ਕਿ 1920 'ਚ ਅਕਾਲੀ ਦਲ ਬਣਿਆ ਤੇ 2020 'ਚ ਖਤਮ ਹੋ ਜਾਏਗਾ ਜੀ ਅਕਾਲੀ ਦਲ, ਬਸ ਬਿਲਕੁਲ ਖਤਮ ਹੋ ਜਾਏਗਾ। ਅਕਾਲੀ ਦਲ ਰਹਿੰਦੀ ਦੁਨੀਆ ਤੱਕ ਇਸ ਕਰਕੇ ਜ਼ਿੰਦਾ ਨਹੀਂ ਰਹੇਗਾ ਕਿ ਇਹਦੇ 'ਚ ਸੁਖਬੀਰ ਸਿੰਘ ਬਾਦਲ, ਜਗਮੀਤ ਸਿੰਘ, ਪ੍ਰਕਾਸ਼ ਸਿੰਘ ਬਾਦਲ ਹਨ। ਉਹ ਇਸ ਕਰਕੇ ਜ਼ਿੰਦਾ ਰਹੇਗਾ
ਕਿ 99% ਕੁਰਬਾਨੀਆਂ ਦੇਸ਼ ਦੀ ਜੰਗੇ ਆਜ਼ਾਦੀ ਵਿੱਚ ਐਮਰਜੈਂਸੀ ਦੇ ਵਿਰੁੱਧ ਪੰਜਾਬੀ ਸੂਬਾ ਦੇਸ਼ ਦੀਆਂ ਸਰਹੱਦਾਂ ਤੇ ਸਾਡਿਆਂ ਧੀਆਂ ਪੁੱਤਾਂ ਨੇ ਲੜਾਈਆਂ ਲੜੀਆਂ। ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ, ਮੋਸਟ ਡੈਮੋਕ੍ਰੈਟਿਕ ਜਥੇਬੰਦੀ ਹੈ। ਇੱਥੇ ਦਰਸ਼ਨ ਸਿੰਘ ਫੇਰੂਮਾਨ ਵਰਗੇ ਯੋਧੇ ਪੈਦਾ ਹੋਏ ਆ ਜਿਨ੍ਹਾਂ ਨੇ 75 ਦਿਨ ਮਰਨ ਵਰਤ ਰੱਖ ਕੇ ਕੁਰਬਾਨੀਆਂ ਕੀਤੀਆਂ। ਪਾਰਟੀਆਂ ਕਦੇ ਖਤਮ ਨਹੀਂ ਹੁੰਦੀਆਂ, ਜਦ ਤੱਕ ਸੂਰਜ ਚਾਂਦ ਰਹੇਗਾ ਸ਼੍ਰੋਮਣੀ ਅਕਾਲੀ ਦਲ ਚਮਕਦਾ ਰਹੇਗਾ, ਰਹਿੰਦੀ ਦੁਨੀਆ ਤੱਕ ਇਸ ਦੁਨੀਆ ਤੇ। ਹਾਂ, ਵਿਅਕਤੀ ਆਉਂਦੇ ਆ ਚਲੇ ਜਾਂਦੇ ਆ, ਵਿਅਕਤੀਆਂ ਤੋਂ ਗਲਤੀਆਂ ਵੀ ਹੁੰਦੀਆਂ। ਇਹ ਸ਼ਾਇਦ ਕੋਈ ਐਡਮਿਟ ਨਹੀਂ ਕਰਦਾ, ਮੈਂ ਐਡਮਿਟ ਕਰਦਾ। ਕੋਈ ਚੀਫ ਮਿਨਿਸਟਰ ਹੈ, ਉਹਦੇ ਤੋਂ ਗਲਤੀਆਂ ਹੋ ਸਕਦੀਆਂ, ਉਹਨਾਂ ਗਲਤੀਆਂ ਦਾ ਪਛਤਾਪ ਹੋ ਸਕਦਾ। ਨੋਬਡੀ ਇਜ਼ ਪਰਫੈਕਟ, ਟੂ ਐਰਰ ਇਜ਼ ਹਿਊਮਨ। ਮੇਰਾ ਕਹਿਣ ਦਾ ਮਤਲਬ ਹੈ ਇਹ ਠੀਕ ਹੈ ਕਿ ਕੁਝ ਗਲਤੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਹੋਈਆਂ, ਕੁਝ ਗਲਤੀਆਂ ਮੈਂ ਜਿਹੜੀ ਕਹਿ ਰਿਹਾ ਕਿ ਗਲਤੀਆਂ ਹੁੰਦੀਆਂ, ਮੈਥੋਂ ਵੀ ਬਹੁਤ ਗਲਤੀਆਂ ਹੋ ਸਕਦੀਆਂ। ਤੁਸੀਂ ਇਹ ਮੰਨਦੇ ਹੋ ਪਿਛਲੀ ਵਾਰ ਗਲਤੀਆਂ ਹੋਈਆਂ, ਪਿਛਲੀ ਸਰਕਾਰ ਵੇਲੇ ਖਾਸ ਕਰਕੇ ਜੇ ਬੇਅਦਬੀ ਨੂੰ ਲੈ ਕੇ ਗੱਲ ਹੁੰਦੀ ਹੈ ਜਾਂ ਹੋਰ ਵੀ ਬੜੀਆਂ ਚਰਚਾਵਾਂ ਉੱਠਦੀਆਂ ਵੀ ਕੁਝ ਗਲਤੀਆਂ ਹੋ ਗਈਆਂ, ਉਹਦਾ ਖਮਿਆਜਾ ਅੱਜ ਤੱਕ ਵੀ ਅਕਾਲੀ ਦਲ ਭੁਗਤਦਾ ਹੈ? ਨਹੀਂ, ਮੈਂ ਇਹ ਨਹੀਂ ਮੰਨਦਾ। ਮੈਂ ਤੁਹਾਡਾ ਸਵਾਲ ਸਮਝਦਾ ਕਿ ਇਹ ਸਵਾਲ ਕਿੰਨਾ ਕ੍ਰਿਸਪ ਔਰ ਇਹਨੂੰ ਟਵਿਸਟ ਕੀਤਾ ਜਾਏਗਾ। ਮੈਂ ਇੱਕ ਜਨਰਲ ਪੋਲੀਟੀਕਲ ਦੁਨੀਆ ਦੇ ਹਾਲਾਤਾਂ ਦੀ ਗੱਲ ਕੀਤੀ ਹੈ। ਨੋ ਲੀਡਰ ਕੈਨ ਬੀ ਪਰਫੈਕਟ। ਹਰ ਬੰਦੇ ਤੋਂ, ਹਰ ਵਿਅਕਤੀ ਤੋਂ ਗਲਤੀਆਂ ਹੁੰਦੀਆਂ, ਲੇਕਿਨ ਜਿੱਡੀ ਵੱਡੀ ਸੇਵਾ 5 ਵਾਰ ਮੁੱਖ ਮੰਤਰੀ ਬਣ ਕੇ ਆਟਾ ਦਾਲ ਸਕੀਮ ਦਾ ਪੰਜਾਬ ਦੀ ਕਿਸਾਨੀ ਲਈ, ਪੰਜਾਬ ਨੂੰ ਬਿਲਡ ਕਰਨ ਲਈ, ਪੰਜਾਬ ਦੇ ਰੂਰਲ ਮੰਡੀਆਂ ਬਿਲਡ ਕਰਨ ਲਈ, ਪੰਜਾਬ ਦੇ MSP ਸ਼ਾਇਦ ਬਹੁਤੇ ਲੋਕਾਂ ਨੂੰ ਪਤਾ ਨਹੀਂ ਕਿ ਮੇਰੇ ਫਾਦਰ 67 ਦੇ ਵਿੱਚ ਫੂਡ ਮਿਨਿਸਟਰ ਸੀ। ਜਿਹੜਾ ਪਹਿਲਾ ਡਿਸੀਜਨ ਹੋਇਆ ਸਰਦਾਰ ਗੁਰਮੀਤ ਸਿੰਘ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਐਗਰੀਕਲਚਰ ਮੰਤਰਾਲੇ ਵਿੱਚ ਮੀਟਿੰਗ ਅਟੈਂਡ ਕੀਤੀ। ਮੇਰੇ ਕੋਲ ਉਹ ਫੋਟੋ ਮੌਜੂਦ ਹੈ, ਉਹਦੇ ਵਿੱਚ ਉੜੀਸਾ ਪਲੇਟਾਂ ਲੱਗੀਆਂ ਹੋਈਆਂ, ਪੰਜਾਬ, ਉਹਦੇ ਵਿੱਚ ਕਰਨਾਟਕ, ਉਹਦੇ ਵਿੱਚ ਤਾਮਿਲਨਾਡੂ। ਮੇਰੇ ਫਾਦਰ ਨੇ ਪਹਿਲਾ ਰੈਜ਼ੋਲੂਸ਼ਨ ਐਜ਼ ਫੂਡ ਮਿਨਿਸਟਰ, ਕਿਉਂਕਿ ਉਹ ਲਾਅ ਗ੍ਰੈਜੂਏਟ ਸੀ ਦਿੱਲੀ ਯੂਨੀਵਰਸਿਟੀ ਦੇ, ਉਹਨਾਂ ਨੇ ਤਿਆਰੀ ਦੇ ਨਾਲ, ਕਿਉਂਕਿ ਉਹ ਐਗਰੀਕਲਚਰ ਪ੍ਰਾਈਸਿਸ ਕਮਿਸ਼ਨ ਦੇ ਵੀ ਮੈਂਬਰ ਰਹੇ, ਉਹਨਾਂ ਨੇ ਤਿਆਰੀ ਨਾਲ MSP ਲਾਗੂ ਕਰਵਾਈ ਦੇਸ਼ ਦੇ ਵਿੱਚ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਸਨ, ਇਕੱਠੇ ਗਏ ਸਨ ਉਸ ਕਾਨਫਰੰਸ। ਮੇਰਾ ਕਹਿਣ ਦਾ ਮਤਲਬ ਹੈ ਇੰਨੀਆਂ ਅਚੀਵਮੈਂਟਸ ਨੇ, ਬਹੁਤ ਵੱਡੀਆਂ ਪ੍ਰਾਪਤੀਆਂ ਨੇ। ਹਾਂ, ਖਾਮੀਆਂ ਹਰ ਮਨੁੱਖ 'ਚ ਹੋ ਸਕਦੀਆਂ, ਹਰ ਵਿਅਕਤੀ 'ਚ ਹੋ ਸਕਦੇ, ਮੈਂ ਉਹਨੂੰ ਡਿਨਾਈ ਨਹੀਂ ਕਰਦਾ। ਬਰਾੜ ਸਾਹਿਬ, ਜਿਹੜੀਆਂ ਤੁਸੀਂ ਇਹ ਪ੍ਰਾਪਤੀਆਂ ਕੰਨਾਂ ਗਈਆਂ ਵੀ ਆਟਾ ਦਾਲ ਸਕੀਮ ਜਾਂ ਹੋਰ ਚੀਜ਼ਾਂ ਗਈਆਂ, ਜਦੋਂ ਇਹ ਚੀਜ਼ਾਂ ਸਾਰੀਆਂ ਲਾਂਚ ਹੁੰਦੀਆਂ ਉਦੋਂ ਤੁਸੀਂ ਵਿਰੋਧੀ ਸੀਗੇ ਅਕਾਲੀ ਦਲ ਦੇ, ਉਦੋਂ ਤੁਸੀਂ ਭੰਡਦੇ ਆਏ ਹੋ ਇਹ ਚੀਜ਼ਾਂ ਨੂੰ, ਅੱਜ ਤੁਸੀਂ ਪ੍ਰਾਪਤੀਆਂ ਕਹਿ ਰਹੇ ਹੋ। ਭੰਡਦੇ ਨਹੀਂ ਆਏ ਨਾ। ਜਿਹੜੀ ਗੱਲ ਪੋਜ਼ਿਟਿਵ ਹੈ, ਜਗਮੀਤ ਸਿੰਘ ਬਰਾੜ ਕਾਂਗਰਸ ਦਾ ਪਹਿਲਾ ਵਿਅਕਤੀ ਹੈ ਵਰਕਿੰਗ ਕਮੇਟੀ ਦਾ ਜਿਹਨੇ ਹਿੰਦੁਸਤਾਨ ਦੀ ਪਾਰਲੀਮੈਂਟ 'ਚ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੁਨੀਆ ਦੇ ਇਤਿਹਾਸ ਦੀ ਪਾਰਟੀ ਹੈ, ਰਿਕਾਰਡਸ ਈਵਨ ਐਜ਼ ਅ ਕਾਂਗਰਸ ਮੈਂਬਰ। ਮੈਂ ਇਹ ਕਿਹਾ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜੀ ਗਈ ਧਾਲੀਵਾਲ, ਅਗਰ ਇਹ ਤੋੜੀ ਗਈ, ਦੇਸ਼ ਦੇ ਵਿੱਚ ਗਦਰ ਹੋ ਜਾਏਗਾ। ਸਾਰੇ ਅਕਾਲੀ ਦਲ ਨੇ ਮੈਨੂੰ ਕਿਹਾ ਜਦੋਂ ਮਿਲੇ, ਕਹਿੰਦੇ ਤੁਸੀਂ ਤਾਂ ਅਕਾਲੀ ਦਲ ਦੀ ਪ੍ਰਤੀਨਿਧਤਾ ਕਰਦੇ ਹੋ। ਮੈਂ ਕਿਹਾ ਹਾਈ ਤਾਂ ਗੱਲ ਮੈਨੂੰ ਕਾਂਗਰਸੀ ਛੇੜਦੇ ਆ ਕਿ ਤੂੰ ਤਾਂ ਕਾਂਗਰਸ ਵਿੱਚ ਰਹਿੰਦਾ ਹੋਇਆ ਅਕਾਲੀ ਹੈ, ਪਰ ਨਹੀਂ, ਮੈਂ ਪੰਜਾਬ ਦੀ ਧਰਤੀ ਦਾ ਪੁੱਤ ਹੋ ਕੇ ਜਿਹੜੀ ਟ੍ਰੇਨਿੰਗ ਪੋਲਿਟਿਕਸ ਦੀ 45 ਇਅਰ ਸਟੂਡੈਂਟ ਲਾਈਫ ਤੋਂ ਲਈ ਹੈ, ਖੱਬੀਆਂ ਪਾਰਟੀਆਂ ਨਾਲ ਕੰਮ ਕੀਤਾ ਹੈ, ਸਟੂਡੈਂਟ ਲੀਡਰਸ ਨਾਲ ਕੰਮ ਕੀਤਾ ਹੈ, ਨਕਸਲਾਈਟ ਮੂਵਮੈਂਟ 'ਚ ਕੰਮ ਕੀਤਾ ਹੈ, ਅੱਜ ਤੱਕ 27 ਵਾਰ ਗ੍ਰਿਫਤਾਰੀਆਂ ਦਿੱਤੀਆਂ। ਹੈ ਕੋਈ ਪੰਜਾਬ ਦਾ ਲੀਡਰ ਜਿਹਨੇ 28 ਵਾਰ ਤਿਹਾੜ ਤੋਂ ਲੈ ਕੇ, ਬਠਿੰਡੇ ਤੋਂ ਲੈ ਕੇ ਔਰ ਰੋਪੜ ਤੋਂ ਲੈ ਕੇ, ਅੰਮ੍ਰਿਤਸਰ ਸਾਹਿਬ ਤੋਂ ਲੈ ਕੇ, ਪਟਿਆਲੇ ਤੋਂ ਲੈ ਕੇ, ਮੁਕਤਸਰ ਦੀ ਸਬ ਜੇਲ੍ਹ ਤੋਂ ਲੈ ਕੇ, ਫਿਰੋਜ਼ਪੁਰ ਦੀ ਜੇਲ੍ਹ ਤੋਂ ਲੈ ਕੇ ਤੇ ਪਟਿਆਲੇ ਦੀ ਰਾਣੀ ਜੇਲ੍ਹ ਕਹਿੰਦੇ ਉਹਨੂੰ, ਉਹਦੇ ਅੰਦਰ ਵੀ 9 ਮਹੀਨੇ ਜਗਮੀਤ ਸਿੰਘ ਕੈਦ ਰਿਹਾ। ਇਸ ਕਰਕੇ ਇਹ ਨਹੀਂ ਹੈ ਗੱਲ, ਇਹ ਨਹੀਂ ਹੈ ਗੱਲ। ਮੈਂ ਮੁੱਦਿਆਂ ਤੇ ਭੰਡਿਆ ਕਾਂਗਰਸ ਨੂੰ, ਮੈਂ ਕਾਂਗਰਸ ਦਾ ਵਿਰੋਧ ਕੀਤਾ, ਵਰਕਿੰਗ ਕਮੇਟੀ ਦੇ ਮੈਂਬਰ, 84 ਦੇ ਦੰਗਿਆਂ ਦਾ ਵਿਰੋਧ ਕੀਤਾ, ਪੰਜਾਬ ਦੇ ਪਾਣੀਆਂ ਦਾ ਪੱਖ ਜਿਸ ਦਿਨ ਮੈਂ ਪਾਰਲੀਮੈਂਟ 'ਚ ਰੱਖਿਆ ਮੈਨੂੰ ਐਕਸਪੈਲ ਕੀਤਾ ਗਿਆ ਕਿਉਂਕਿ ਉਹ ਕਹਿੰਦੇ ਹਰਿਆਣੇ ਦੀ ਇਲੈਕਸ਼ਨ ਹੈ, ਤੁਸੀਂ ਕਹਿ ਰਹੇ ਹੋ ਵਾਧੂ ਪਾਣੀ ਨਹੀਂ ਹੈ ਦੇਣ ਲਈ। ਮੈਂ 1994 ਦੀ ਗੱਲ ਕਰ ਰਿਹਾ, ਉਦੋਂ ਬਾਅਦ 98 'ਚ ਕੀਤਾ, 2001 'ਚ ਕੀਤਾ, 2004 'ਚ ਕੀਤਾ। ਔਰ ਤੁਸੀਂ ਅਗਲੀ ਗੱਲ ਇਹਦਾ ਜਵਾਬ ਸੁਣ ਲਓ, ਲਾਸਟ ਜਿਹੜਾ ਇਹਨੂੰ ਕਿਊਮੂਲੇਟਿਵ ਜਵਾਬ ਹੈ ਜੀ। 93 ਵਿੱਚ ਜਗਮੀਤ ਸਿੰਘ ਬਰਾੜ ਮੈਂਬਰ ਪਾਰਲੀਮੈਂਟ ਹੋਵੇ ਕਾਂਗਰਸ ਦਾ, ਸਰਦਾਰ ਬੇਅੰਤ ਸਿੰਘ ਜੀ ਦਾ ਰਾਜ ਹੋਵੇ ਔਰ ਮੋਰਚਾ ਲੱਗਿਆ ਪੰਜਾਬ ਦੇ ਅੰਦਰ ਚੰਡੀਗੜ੍ਹ SYL ਦਾ, ਕੱਲਾ ਵਾਹਦ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਦਾ, ਜਿਹੜਾ ਅਕਾਲੀ ਦਲ ਦੇ ਬੰਦੇ ਵੀ ਗ੍ਰਿਫਤਾਰ, ਢੀਂਸਾ ਸਾਹਿਬ, ਬਲਵਿੰਦਰ ਸਿੰਘ ਭੂੰਦੜ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਅਜਮੇਰ ਸਿੰਘ ਲੱਖੋਵਾਲ, ਬਲਵੀਰ ਸਿੰਘ ਰਾਜੇਵਾਲ, ਇਕੱਠੇ 14 ਨੰਬਰ ਬੈਰਕ ਦੇ ਵਿੱਚ ਕੈਦ। ਅੱਜ ਮੈਂ ਉਹ ਅਪੀਲ ਕਰਦਾ, ਅੱਜ ਪੰਜਾਬ ਦੇ ਉੱਤੇ ਉਹ ਵਕਤ ਹੈ ਕਿ ਇਸ ਕਿਸਾਨੀ ਮੁੱਦੇ ਤੇ there is no ਕਾਂਗਰਸ, there is no ਅਕਾਲੀ ਦਲ, ਸਾਡੀ ਧਰਤੀ ਦਾ ਇਹ ਭਵਿੱਖ ਦਾ ਸਵਾਲ ਹੈ।
ਇਹ ਮਾਫੀਆ ਹੁਣ ਨਹੀਂ ਚੱਲਿਆ। ਹੁਣ ਕਹਿੰਦੇ ਆ ਨਸ਼ਾ ਜਿਹੜਾ ਹੈ ਉਹ 10 ਗੁਣਾ ਵੱਧ ਵਿਕਿਆ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਦੇ ਵਿੱਚ, ਤੇ ਫਿਰ ਉਦੋਂ ਕਿਉਂ ਨਹੀਂ ਬੋਲਦੇ ਇਹ ਮੈਂ ਗੱਲ ਆਪ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਾ। ਮੈਂ ਸਪੈਸੀਫਿਕ ਗੱਲ ਨਹੀਂ ਕਰਦਾ ਹੁੰਦਾ ਇਸ ਗੱਲ ਤੇ, ਕਿਉਂਕਿ ਉਹ ਗੱਲ ਟਵਿਸਟ ਹੁੰਦੀ ਹੈ। ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜਾ ਟ੍ਰੈਂਡ ਹੈ ਪੰਜਾਬ ਦੀ ਪੋਲਿਟਿਕਸ ਦਾ, ਅੱਜ ਬਹੁਤ ਇੱਕ ਅਗਵਾਈ ਦੀ ਲੋੜ ਹੈ ਪੰਜਾਬ ਦੀ ਪੋਲਿਟਿਕਸ ਨੂੰ, ਤਿਆਗ ਦੀ ਵੀ ਲੋੜ ਹੈ, ਆਪਦੀ ਪੋਜੀਸ਼ਨਸ ਨੂੰ ਪਾਸੇ ਰੱਖ ਕੇ ਪੰਜਾਬ ਦੇ ਹਿੱਤਾਂ ਦੀ ਲੋੜ ਹੈ। ਇਸ ਕਰਕੇ ਮੈਂ ਕ੍ਰਿਟਿਸਾਈਜ਼ ਤਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੀਆਂ ਮੇਜਰ ਕਾਨਫਰੰਸਿਸ ਦੇ ਵਿੱਚ ਮੈਂ ਇੱਕ ਦਿਨ ਅੰਦਾਜ਼ਾ ਲਾ ਰਿਹਾ ਸੀ ਕਿ ਕਾਨੂੰਵਾਨ ਤੋਂ ਲੈ ਕੇ ਛੰਭ ਜੋੜੀਆਂ ਉਧਰ ਉਹਨਾਂ ਸੈਕਟਰਾਂ ਤੋਂ ਲੈ ਕੇ ਤੇ ਇੱਧਰ ਮਾਲਵੇ ਦਾ ਕੋਈ ਖਿੱਤਾ ਨਹੀਂ ਜਿੱਥੇ ਮੈਂ ਲੋਕਾਂ ਨੂੰ ਸੰਬੋਧਨ ਨਹੀਂ ਕੀਤਾ, ਲੇਕਿਨ ਇਸ਼ੂਜ਼ ਆਰ ਇੰਪੋਰਟੈਂਟ, ਮੁੱਦੇ ਇੰਪੋਰਟੈਂਟ ਨੇ ਜੀ। ਔਰ ਤੁਸੀਂ ਇੱਕ ਸਵਾਲ ਕੀਤਾ ਪੰਜਾਬ ਦੀ ਨਵੀਂ ਸਰਕਾਰ ਦਾ ਪਹਿਲਾਂ ਸੀ, ਉਹ ਤੇ ਵੀ ਹੁਣ ਬਰਾੜ ਸਾਹਿਬ ਮੈਂ ਮਾਫੀ ਚਾਹੂੰਗਾ। ਇੱਕ ਸਵਾਲ ਹੋਰ ਆ, ਇੱਕ ਜੇ ਆਪਾਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਆ, ਇੱਕ ਵਾਰ ਉਹਨਾਂ ਨੇ ਬਿਆਨ ਦਿੱਤਾ ਸੀ, ਉਹਨਾਂ ਨੇ ਤੁਹਾਡਾ ਨਾਮ ਲਿਆ ਸੀ, ਪ੍ਰਗਟ ਸਿੰਘ ਦਾ ਨਾਮ ਲਿਆ ਸੀ, ਇੰਦਰਵੀਰ ਬੁਲਾਰੀਆ ਦਾ, ਥੋੜੇ ਯਾਦ ਹੋਣਾ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਮਾਂ ਪਾਰਟੀ ਨਾਲ ਗਦਾਰੀ ਕੀਤੀ ਆ। ਉਸ ਤੋਂ ਬਾਅਦ ਤੁਸੀਂ ਵੀ ਇੱਕ ਗੱਲ ਯਾਦ ਕਰਾਈ ਸੀ 1957 ਦੀ, ਜਦੋਂ ਦੋ ਬਲਦਾਂ ਦੀ ਜੋੜੀ ਤੇ ਪ੍ਰਕਾਸ਼ ਸਿੰਘ ਬਾਦਲ ਚੋਣ ਲੜੇ ਸੀਗੇ। ਜਿਹੜੀਆਂ ਇਹ ਦੂਰੀਆਂ ਸੀਗੀਆਂ, ਦਿਲਾਂ ਦੇ ਵਿੱਚ ਫਰਕ ਸੀ, ਇਹਦਾ ਨੇੜਤਾ ਹੋਣ ਦਾ ਕਾਰਨ ਕੀ ਰਿਹਾ? ਬੜੇ ਲੋਕ ਇਹ ਕਹਿੰਦੇ ਵੀ ਜਗਮੀਤ ਸਿੰਘ, ਬੜੇ ਲੋਕ ਇਹ ਵੀ ਕਹਿੰਦੇ ਵੀ ਜਗਮੀਤ ਸਿੰਘ ਬਰਾੜ ਅੰਦਰੋਂ ਤਿਆਰ ਨਹੀਂ ਸੀ, ਦਿਲ ਨਹੀਂ ਉਹਨਾਂ ਦਾ ਕਦੇ ਮੰਨਿਆ, ਉਹਨਾਂ ਦੀ ਕੋਈ ਮਜਬੂਰੀ ਬਣੀ। ਨਹੀਂ, ਦੋ ਹੀ ਗੱਲਾਂ ਸਪਸ਼ਟ ਕਰ ਦਈਏ। ਪਹਿਲੀ ਵਾਰ ਜੀ ਬਹੁਤ ਵੱਡਾ ਸਾਧੂ ਸੰਤ ਮਿਲਿਆ। ਮੈਂ ਨਾ ਕਾਂਗਰਸ ਸੀ ਉਦੋਂ, ਮੈਨੂੰ ਕਾਂਗਰਸ ਨੇ ਐਕਸਪੈਲ ਕਰਤਾ ਸੀ, ਮੈਂ ਇੱਕ ਇੰਡੀਪੈਂਡੈਂਟ ਸੀ, ਚਲੋ ਤ੍ਰਿਣਮੂਲ ਦੇ ਨਾਲ ਗੱਲ ਚੱਲ ਰਹੀ ਸੀ। ਮੈਨੂੰ ਉਹ ਸੰਤ ਮਿਲਿਆ, ਉਹ ਸੰਤ ਦੇ ਉੱਤੇ ਕੋਈ ਪ੍ਰਮਾਤਮਾ ਦੀ ਕਿਰਪਾ ਸੀ ਬਹੁਤ ਵੱਡੀ, ਬਹੁਤ ਵੱਡੇ ਭਜਨੀਕ ਲੁੱਕ ਕੇ ਰਹਿੰਦੇ ਹੈ। ਉਹ ਮੈਨੂੰ ਕਹਿੰਦੇ ਜਗਮੀਤ ਸਿੰਘ, ਪੰਜਾਬ ਦੇ ਵਿੱਚ ਦੋ ਹੀ ਪਾਰਟੀਆਂ ਹਨ, ਜਾਂ ਕਾਂਗਰਸ ਹੈ ਜਾਂ ਅਕਾਲੀ ਦਲ ਹੈ। ਅਗਰ ਕਾਂਗਰਸ ਨੇ ਤੁਹਾਡੀ ਸੇਵਾ ਮਨਜ਼ੂਰ ਨਹੀਂ ਕੀਤੀ 40 ਸਾਲ ਦੀ, ਕੋਈ ਲੜਨ ਨੂੰ ਤਿਆਰ ਨਹੀਂ ਹੁੰਦਾ ਸੀ ਸਾਹ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ। ਕੀ ਪਤਾ ਹੈ ਪੰਜਾਬ ਦੀ ਇਸ ਨੌਜਵਾਨ ਪੀੜ੍ਹੀ ਨੂੰ ਕਿ ਮੈਂ 80 'ਚ ਵੀ ਲੜਿਆ, 85 'ਚ ਵੀ ਲੜਿਆ, 92 'ਚ ਵੀ ਲੜਿਆ, 98 'ਚ ਵੀ ਲੜਿਆ, 2004 ਤੱਕ ਲੜਦਾ ਚਲਾ ਗਿਆ। ਤਾਂ ਹੀ ਤਾਂ ਲੋਕ ਕਹਿੰਦੇ ਵੀ ਦਿਲ ਨਹੀਂ ਮੰਨਿਆ। ਮੇਰੀ ਬੇਨਤੀ ਸੁਣ, ਦਿਲ ਨਹੀਂ ਤੇ ਕਾਂਗਰਸ ਦਾ ਤਾਂ ਮੈਨੂੰ ਕੋਈ ਮੰਤਰੀ ਮਿਲਣ ਨੂੰ, ਮੁੱਖ ਮੰਤਰੀ ਮਿਲਣ ਨੂੰ ਤਿਆਰ ਨਾ। 8 ਮਹੀਨੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਮੈਨੂੰ ਮਿਲੇ, ਮੇਰੇ ਮੈਸੇਜ ਲੀਕ ਕਰਤੇ ਉਹਨਾਂ ਨੇ। ਕੀ ਕਰਤਾ? ਜਿਵੇਂ 10ਵੀਂ ਜਮਾਤ ਦਾ ਕੋਈ ਲਵ ਅਫੇਅਰ ਚੱਲ ਰਿਹਾ ਹੋਵੇ, ਮੈਂ ਉਹਨਾਂ ਨੂੰ ਮੈਸੇਜ ਭੇਜਿਆ ਕਿ ਮੈਂ ਪਾਰਟੀ ਦੇ ਅੰਦਰ ਇੱਕ ਸੇਵਕ ਦੇ ਰੂਪ 'ਚ ਵੀ ਕੰਮ ਕਰਨ ਨੂੰ ਤਿਆਰ ਹੈ। ਉਹਨਾਂ ਨੇ ਮੇਰੇ ਮੈਸੇजेस ਪ੍ਰੈਸ ਦੇ ਰਾਹੀਂ, ਆਪਦੇ ਆਬਜ਼ਰਵਰਸ ਦੇ ਰਾਹੀਂ, ਆਪਦੇ ਉਹ ਜਿਹੜੇ ਉਹਨਾਂ ਦੇ ਬੜੇ ਸਤਿਕਾਰਯੋਗ ਪ੍ਰੈਸ ਨੂੰ ਦੇਖਦੇ ਹੈਗੇ ਨੇ ਚੰਡੀਗੜ੍ਹ ਦੇ ਵਿੱਚ, ਉਹਨਾਂ ਦੇ ਮੀਡੀਆ ਐਡਵਾਈਜ਼ਰ ਨੇ, ਉਹਨਾਂ ਨੇ ਉਹ ਲੀਕ ਕਰਤੇ, ਖੁਸ਼ ਹੋ ਗਏ, ਲੇਕਿਨ ਲੋਕਾਂ ਨੇ ਉਹ ਬੁਰਾ ਮਨਾਇਆ। ਮੇਰਾ ਕਹਿਣ ਤੋਂ ਭਾਵ ਹੈ ਕਿ ਵਿਚਾਰਧਾਰਕ, ਮੈਂ MLA ਬਣ ਨਹੀਂ ਗਿਆ, ਮੈਂ ਵਜ਼ੀਰੀ ਲੈਣ ਨਹੀਂ ਗਿਆ, ਮੈਂ ਫਲੋਰ ਕ੍ਰਾਸ ਨਹੀਂ ਕੀਤਾ, ਮੈਂ ਵਿਚਾਰਧਾਰਕ ਤੌਰ ਤੇ ਮਹਿਸੂਸ ਕੀਤਾ ਕਿ ਆਈ ਨੀਡ ਅ ਪਲੇਟਫਾਰਮ। ਮੇਰੇ ਪੁਰਖਿਆਂ ਦਾ ਪਲੇਟਫਾਰਮ ਹੈ, ਕੁਰਬਾਨੀਆਂ ਕੀਤੀਆਂ ਇਸ ਪਾਰਟੀ ਨੇ। ਮੈਂ ਇਸ ਪਾਰਟੀ 'ਚ ਆਪਣੇ ਸਭ ਤੋਂ ਵੱਡੇ ਰਾਜਨੀਤਿਕ ਪ੍ਰਤੀਦਵੰਦੀ ਨੂੰ ਜਦੋਂ ਮਿਲਿਆ ਤੇ ਉਹਨਾਂ ਨੇ ਜਿਹੜਾ ਭਾਸ਼ਣ ਕੀਤਾ ਉਹ ਵੀ ਯਾਦ ਕਰੋ ਨਾ, ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੀ ਪੁੱਤਰ ਵਧੂ ਔਰ ਸਤਿਕਾਰਯੋਗ ਭੈਣ ਹਰਸਿਮਰਤ ਜੀ ਨੇ ਜੋ ਲੋਕ ਸਭਾ ਦੀਆਂ ਚੋਣਾਂ 'ਚ 1 ਮਹੀਨਾ ਲਗਾਤਾਰ ਉਹਨਾਂ ਦੇ ਨਾਲ ਪ੍ਰਚਾਰ ਕੀਤਾ, ਔਰ ਉਹਨਾਂ ਨੇ ਜਿਸ ਪ੍ਰਕਾਰ ਦੇ ਸ਼ਬਦ ਕਹੇ ਉਹ ਵੀ ਯਾਦ ਕਰੋ ਨਾ ਕਿ ਅਕਾਲੀ ਦਲ ਨੂੰ ਵੀ ਮੈਂ ਸਮਝਦਾ ਹਾਂ ਕਿ ਕਿਸ ਪ੍ਰਕਾਰ ਸਾਰਿਆਂ ਦੀ ਜ਼ਰੂਰਤ ਹੈ, ਚੰਗੇ ਲੋਕਾਂ ਦੀ ਜ਼ਰੂਰਤ ਹੈ। ਇਸ ਕਰਕੇ ਪਾਰਟੀ, ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਦੇ ਵਡੇਰੇ ਹਿੱਤਾਂ ਦੀ ਲੜਾਈ, ਪੰਜਾਬ ਦੇ ਦਲਿਤ ਦੀ, ਕਾਮੇ ਦੀ, ਕਿਰਤੀ ਦੀ, ਕਿਸਾਨੀ ਦੀ, ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਦੀ, ਪੰਜਾਬ ਦੀਆਂ ਇਸ ਵੇਲੇ ਕੁੱਟਾਂ ਮਾਰਾਂ ਦੀ ਜਿਹੜੀ ਚੱਲ ਰਹੀ ਹੈ, ਸਾਰਾ ਨਰਸਾਂ ਤੇ ਚਾਹੇ ਆਂਗਣਵਾੜੀ ਵਰਕਰ ਤੇ ਚਾਹੇ ਡਾਕਟਰਸ ਤੇ ਚਾਹੇ ਅਨਇੰਪਲੋਇਡ ਜਿੰਨੀਆਂ ਯੂਨੀਅਨਸ ਨੇ, ਉਹਨਾਂ ਦੀ ਸਾਰਿਆਂ ਦੀ ਲੜਾਈ ਲੜਾਂਗੇ, ਤਤਪਰ ਹੋ ਕੇ ਲੜਾਂਗੇ, ਹੋਰ ਤਕੜੇ ਹੋ ਕੇ ਲੜਾਂਗੇ। ਇਹੀ ਮੈਂ ਬੇਨਤੀ ਕਰ ਸਕਦਾ। ਹੋਰ ਕੋਈ ਗੱਲ ਨਹੀਂ ਸੀ, ਦਿਲ ਮਿਲ ਗਏ ਹੁਣ? ਦਿਲ ਹੀ ਮਿਲ ਗਏ, ਵਿਚਾਰ ਵੀ ਮਿਲ ਗਏ, ਪਾਰਟੀ ਦਾ ਸਿਧਾਂਤ ਵੀ ਮਿਲ ਗਿਆ, ਪਾਰਟੀ ਦੀਆਂ ਸ਼ਹਾਦਤਾਂ ਤੇ ਜਿਹੜਾ ਡੁੱਲਿਆ ਲਹੂ ਹੈ, ਜਦੋਂ ਵੀ ਜ਼ੁਲਮ ਤੇ ਜ਼ਬਰ ਦੀਆਂ ਘਟਾ ਕਾਲੀਆਂ ਅਰਸ਼ ਤੇ ਤਣਦੀਆਂ ਨੇ, ਵਾਂਗ ਛਾਨਣੀ ਸਬਰ ਦੀਆਂ ਛਾਤੀਆਂ 'ਚੋਂ ਜਦੋਂ ਜ਼ਬਰ ਦੀਆਂ ਗੋਲੀਆਂ ਛਣਦੀਆਂ ਨੇ, ਉਦੋਂ ਮੜੀਆਂ ਸ਼ਹੀਦਾਂ ਦੀਆਂ ਕੂਕ ਉੱਠਣ, ਕੌਮਾਂ ਸਦਾ ਤੋਂ ਐਵੇਂ ਹੀ ਬਣਦੀਆਂ ਨੇ। ਮੈਨੂੰ ਕੰਪੇਅਰ ਨਾ ਕਰੋ ਉਹ ਜਿਹੜੇ ਕੋਈ ਪੋਲੀਟੀਸ਼ੀਅਨ ਆਏ ਗਏ ਚਲੇ ਗਏ। ਅਸੀਂ ਇਸ ਧਰਤੀ ਦੇ 13 ਸਾਲ ਦੀ ਉਮਰ ਤੋਂ ਪੰਜਾਬ ਦੇ ਲੋਕ ਜੀਵਨ ਵਿੱਚ, ਮੈਂ ਮੇਰੇ ਸਤਿਕਾਰਯੋਗ ਮਾਣਯੋਗ ਦੋਸਤ ਨਰਿੰਦਰ ਚਹਿਲ,
ਮਾਨਯੋਗ ਦੋਸਤ ਬੱਲੀ ਹੋਰੀ, ਮਾਨਯੋਗ ਦੋਸਤ ਪਟਵਾਰੀ ਹੋਰੀ, ਮਾਨਯੋਗ ਬਲਦੇਵ ਸਿੰਘ ਬਲਮਗੜ੍ਹ ਹੋਰੀ, ਬਲਦੇਵ ਸਿੰਘ ਪ੍ਰਧਾਨ ਹੋਰੀ, ਸਾਰੇ ਬੰਦੇ ਜਿਹੜੇ ਆ ਸਾਰੇ ਪੰਜਾਬ ਦੇ ਵਿੱਚ ਅਸੀਂ ਇੱਕ ਵਿਚਾਰ ਨੂੰ ਲੈ ਕੇ ਪੋਲਿਟਿਕਸ ਨੂੰ ਚੇਂਜ ਕਰਨ ਲਈ ਪੰਜਾਬ ਦੇ ਵਿੱਚ ਪਬਲਿਕ ਲਾਈਫ 'ਚ ਆਏ ਹਾਂ ਔਰ ਉਹਦੇ ਤੇ ਹੀ ਪਹਿਰਾ ਦੇ ਰਹੇ ਹਾਂ ਤੇ ਅੰਤਮ ਦਮ ਤੱਕ ਧਿਆਨ ਜਾਂਦੇ ਜਾਂਦੇ ਮੇਰਾ ਲਾਸਟ ਪ੍ਰਸ਼ਨ ਖਾਸ ਕਰਕੇ ਮੌੜ ਦੀ ਜੇ ਆਪਾਂ ਗੱਲ ਕਰਦੇ ਹਾਂ ਜਿੱਥੋਂ ਤੁਸੀਂ ਖੜੇ ਹੋਏ ਹੋ ਉਹਨੂੰ ਲੈ ਕੇ ਵੀ ਕਿਤੇ ਨਾ ਕਿਤੇ ਕੰਟਰੋਵਰਸੀ ਪੈਦਾ ਹੋ ਗਈ ਸੀ, ਇੱਕ ਪੇਚਾ ਵੀ ਫਸ ਗਿਆ ਸੀ। ਸਿਕੰਦਰ ਸਿੰਘ ਮਲੂਕਾ ਨੂੰ ਉੱਥੇ ਇੰਚਾਰਜ ਲਾਇਆ ਗਿਆ, ਉਦੋਂ ਬਾਅਦ ਉਹਨਾਂ ਨਾਲ ਵੀ ਤੁਹਾਡੀ ਤਸਵੀਰ ਸਾਹਮਣੇ ਆਈ ਹੈ। ਮੈਂ ਫਿਰ ਉਹੀ ਸਵਾਲ ਤੇ ਆਊਂਗਾ, ਉਹਨਾਂ ਨਾਲ ਦਿਲ ਮਿਲ ਗਏ ਕਿ ਉਹਨਾਂ ਨਾਲ ਹਜੇ ਵੀ ਦੂਰੀ ਹੈ? ਧਾਲੀਵਾਲ ਤੂੰ ਬਹੁਤ ਪਿਆਰਾ ਬੰਦਾ ਹੈ ਯਾਰ, ਬਹੁਤ ਹੀ ਚੰਗਾ ਵਧੀਆ, ਬਹੁਤ ਮੈਨੂੰ ਤੇਰੇ ਤੋਂ ਸੰਭਾਵਨਾਵਾਂ ਨਜ਼ਰ ਆਉਂਦੀਆਂ। ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ। ਹਾਂ, ਟਿਕਟ ਲਈ ਉਮੀਦਵਾਰ ਸਨ ਸਿਕੰਦਰ ਸਿੰਘ ਹੋਰੀ ਵੀ, ਮੈਨੂੰ ਪਾਰਟੀ ਨੇ ਮੇਰੇ ਹੱਕ 'ਚ ਫੈਸਲਾ ਕਰ ਲਿਆ ਔਰ ਉਹਨਾਂ ਨੇ ਪਹਿਲੇ ਦਿਨ ਤੋਂ ਗੁਰਪ੍ਰੀਤ ਸਿੰਘ ਉਹਨਾਂ ਦਾ ਬਹੁਤ ਹੋਣਹਾਰ ਪੁੱਤਰ ਔਰ ਜਿਹਦੇ ਅੰਦਰ ਜਦੋਂ ਮੈਂ ਮਲੂਕੇ ਗਿਆ ਪਿੰਡ ਉਹਨਾਂ ਦੇ ਜਿੱਡਾ ਮਾਣ ਸਤਿਕਾਰ ਉਹਨਾਂ ਨੇ ਘਰੇ ਗਿਆ ਸਿਕੰਦਰ ਸਿੰਘ ਔਰ ਉਹਨਾਂ ਨੇ ਮੇਰਾ ਕੀਤਾ ਹੈ। ਔਰ ਜਿਵੇਂ ਕਿ ਹਰ ਇੱਕ ਪੋਲੀਟੀਕਲ ਬੰਦੇ ਨੂੰ ਇੱਕ ਦੂਜੇ ਦੀ ਲੋੜ ਹੈ ਇਹਨਾਂ ਚੋਣਾਂ ਦੇ ਵਿੱਚ। ਇੱਥੇ ਇਹ ਨਹੀਂ ਹੈ ਕਿ ਇੱਥੇ ਮੁਕਾਬਲੇ ਤਾਂ ਸਾਰਿਆਂ ਹਲਕਿਆਂ ਵਿੱਚ ਹੀ ਤੁਹਾਨੂੰ ਪਤਾ ਸਖਤ ਹੋਣੇ ਨੇ। ਅਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ। ਮੈਂ ਰਾਮਪੁਰੇ ਦੇ ਪਿੰਡ ਕੱਢੂੰਗਾ ਸਾਰੇ, ਉਹ ਮੇਰੇ ਪਿੰਡ ਕੱਢਣਗੇ। ਇਹ ਅਸੀਂ ਫੈਸਲਾ ਕਰ ਲਿਆ ਔਰ 6 ਤਾਰੀਖ ਤੋਂ ਇੱਕ ਜੁਆਇੰਟ ਕੈਂਪੇਨ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਕਰਨ ਜਾ ਰਿਹਾ ਹੈ ਇਸ ਖਿੱਤੇ ਵਿੱਚ, ਜਿਹਦੇ ਜੀਤ ਮਹਿੰਦਰ ਸਿੰਘ ਸਿੱਧੂ, ਜਿਹਦੇ ਚ ਰੋੜਾ ਸਾਹਿਬ ਮਾਨਸਾ ਦੇ ਕੈਂਡੀਡੇਟ, ਜਿਹਦੇ ਚ ਪ੍ਰਕਾਸ਼ ਸਿੰਘ ਭੱਟੀ ਸਾਹਿਬ, ਜਿਹਦੇ ਚ ਦਰਸ਼ਨ ਸਿੰਘ ਕੋਟਫੱਤਾ ਸਾਹਿਬ ਔਰ ਜਿਹਦੇ ਚ ਬਠਿੰਡੇ ਦੇ ਸ਼੍ਰੀ ਸਰੂਪ ਚੰਦ ਸਿੰਗਲਾ ਸਾਹਿਬ। ਅਸੀਂ 9 ਦੀਆਂ 9 ਵਿਧਾਨ ਸਭਾ ਦੀਆਂ ਸੀਟਾਂ ਇੱਕ ਜੁਆਇੰਟ ਕੈਂਪੇਨ ਕਰਕੇ ਫਤਿਹ ਹਾਸਲ ਕਰਾਂਗੇ ਔਰ ਤੁਸੀਂ ਦੇਖੋਗੇ ਜਦੋਂ ਨਤੀਜਾ ਨਿਕਲੇਗਾ, ਜਿਸ ਪ੍ਰਕਾਰ ਕੰਮ ਹੋ ਰਿਹਾ ਮੌੜ ਦੀ ਵਿਧਾਨ ਸਭਾ, ਜਿਸ ਪ੍ਰਕਾਰ ਦਾ ਲੋਕਾਂ ਨੇ ਮੈਨੂੰ ਰਿਸਪੌਂਸ ਦਿੱਤਾ ਹੈ, ਜਿਸ ਪ੍ਰਕਾਰ ਦਾ ਕੋਮਿੰਗ ਆਪਰੇਸ਼ਨ 200 ਪੋਲਿੰਗ ਬੂਥਾਂ ਤੇ ਚੱਲ ਰਿਹਾ, ਸਭ ਤੋਂ ਭਾਰੀ ਬਹੁਮਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਮੌੜ ਵਿਧਾਨ ਸਭਾ ਸੀਟ ਜਿੱਤੇਗਾ। ਇਹਦਾ ਨਤੀਜਾ ਅਕਾਲ ਪੁਰਖ ਦੇ ਤੇ ਆਵਾਮ ਦੇ ਹੱਥ ਹੈ। ਲੇਕਿਨ ਜਿਹੜਾ ਪਿਆਰ ਮੈਨੂੰ ਮਿਲ ਰਿਹਾ, ਮੇਰੀ ਝੋਲੀ 'ਚ ਪੈ ਰਿਹਾ, ਮੈਂ ਪੋਲੀਟੀਕਲ ਬੰਦਾ, ਮੈਂ ਅੰਦਾਜ਼ਾ ਲਾ ਲੈਣਾ ਲੋਕਾਂ ਦੇ ਚਿਹਰੇ ਵੀ ਪੜ੍ਹੇ ਹੈ ਸਾਰੀ ਜ਼ਿੰਦਗੀ, ਵੱਡੀਆਂ ਲੜਾਈਆਂ 'ਚ ਰਹੇ ਹੈ, ਘੁੰਮਣ ਘੇਰੀਆਂ 'ਚ ਹੀ ਰਹੇ ਹੈ ਮਹਾਭਾਰਤ ਦੀਆਂ। ਹਮੇਸ਼ਾ ਜਿਵੇਂ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਫਰਮਾਨ ਹੈ, ਚੱਕਰ ਚਹਿਨ ਔਰ ਬਰਨ ਜਾਰ, ਚੱਕਰ ਚਹਿਨ ਔਰ ਬਰਨ ਜਾਤ ਔਰ ਪਾਤ ਨਹਿੰਜੇ, रूप रंग और रेख भेख को कह न सकत कह। उस महाराज की कृपा नाल जंगे मैदानां च हमेशा दृढ़ता नाल लड़ाई लड़ी है और एकता दे नाल लड़ांगे और सारा पंथ ते पंथ की लीडरशिप इत्थे प्रचार करन आएगी और सारा जिहड़ा है इलाके दे अंदर केसरी झंडे महाराज की कृपा नाल तकड़ी दा निशान ਉਹ ਝੂਲੇਗਾ ਪੰਜਾਬ 'ਚ। ਇੱਕ ਅਫਵਾਹਾਂ ਗੀਆਂ ਬਾਜ਼ਾਰ ਦੇ ਵਿੱਚ, ਇਹ ਵੀ ਗਰਮਾ ਵੀ ਹੋ ਸਕਦਾ ਜਗਮੀਤ ਸਿੰਘ ਬਰਾੜ। ਮੇਰਾ ਲਾਸਟ ਸਵਾਲ ਹੀ ਜਗਮੀਤ, ਪਤਾ ਨਹੀਂ ਹੁਣ ਧਾਲੀਵਾਲ ਕ੍ਰਿਸਪ ਕਰਦਾ ਇੰਟਰਵਿਊ ਥੋੜੀ ਜੀ ਨਾ ਕਰ ਮਿਕਸਿੰਗ। ਹਾਂ, ਜਗਮੀਤ ਸਿੰਘ ਬਰਾੜ ਵਰਸਸ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹੋ ਸਕਦਾਗਾ ਮੌੜ ਤੋਂ ਚੇਲੇ ਗੁਰੂ ਹੋ ਸਕਦਾਗਾ। ਉਹ ਮੇਰਾ ਕਹਿੰਦਾ ਮਤਲਬ ਇਹ ਪੋਲਿਟਿਕਸ ਦੇ ਵਿੱਚ ਕਿਸੇ ਨੂੰ ਇਹ ਕਹਿਣਾ ਕਿ ਇਹ ਹੋਏਗਾ ਨਹੀਂ ਹੋਏਗਾ, ਇਹ ਤਾਂ ਮੌਕੇ ਤੇ ਜਿਹੜਾ ਵੀ ਪਹਿਲਾਂ ਕੋਈ ਕਹੀ ਜਾਂਦਾ ਭਗਵੰਤ ਸਿੰਘ ਹੋਣਾ, ਮੈਂ ਭਗਵੰਤ ਸਿੰਘ ਹੋਣਾ ਵਿਚਾਰਾ ਉਹ ਆ ਜੇ ਭਾਈ ਕੋਈ ਹੋਰ ਇੱਕ ਦੋ ਨਾਂ ਲੈਂਦੇ ਸੀ। ਹੁਣ ਇਹ ਤਾਂ ਮੇਰਾ ਕਹਿੰਦਾ ਮਤਲਬ ਇਹ ਕੁਝ ਨਹੀਂ ਪਤਾ ਹੁੰਦਾ ਕੀ ਹੋਣਾ ਰਾਜਨੀਤੀ 'ਚ। ਆਈ ਡੋਂਟ ਰੂਲ ਆਊਟ ਕੀ ਹੋਣਾ, ਹੂ ਨੋਜ਼। ਤੁਹਾਡੇ ਨਾਲ ਵਰਕ ਕਰਦੇ ਰਹੇ ਆ, ਵਧੀਆ ਦੇਖ ਰਹੇ ਹੋ ਰਾਜਾ ਵੜਿੰਗ ਦੀ ਕਾਰਗੁਜ਼ਾਰੀ, ਟਰਾਂਸਪੋਰਟ ਮਿਨਿਸਟਰ ਬਣੇ ਨੇ ਨਵੇਂ, ਵਧਾਈਆਂ ਦੇ ਦਿਓ। ਉਹ ਮੈਨੂੰ ਤੁਸੀਂ ਕਿਉਂ ਮਤਲਬ ਉਲਟੇ ਕੰਮ ਕਰਵਾਉਣੇ ਹੋ ਮੈਥੋਂ? ਨਹੀਂ, ਵਧਾਈਆਂ ਤਾਂ ਦੇ ਸਕਦੇ ਵੜਿੰਗ, ਮੈਂ ਇਹਦੇ ਤੇ ਕਿਉਂ ਵਧਾਈਆਂ ਦੇਵਾਂ? ਵਧਾਈਆਂ ਜੇ ਉਹਦਾ ਫੋਨ ਆਏਗਾ ਮੈਂ ਦੇ ਦਿਆਂਗਾ। ਹਾਂ, ਇੱਕ ਮੌਕਾ ਮਿਲਿਆ, ਉਹਨਾਂ ਨੇ ਪੋਲਿਟਿਕਸ ਦੇ ਵਿੱਚੋਂ ਮੈਥੋਂ ਟ੍ਰੇਨਿੰਗ ਲਈ ਹੈ। ਮੈਂ ਉਹਨਾਂ ਨੂੰ ਆਸ ਤੇ ਉਮੀਦ ਕਰਦਾ ਵਾਹਿਗੁਰੂ ਅੱਗੇ ਕਿ ਉਹ ਚੰਗੇ ਆਪਣਾ ਚੱਲਣ। ਲੇਕਿਨ ਜਿਸ ਪ੍ਰਕਾਰ ਦੇ ਕਿਸਾਨੀ ਅੰਦੋਲਨ 'ਚ ਉਹਨਾਂ ਨੇ ਇੱਕ ਦੋ ਸਵਾਲਾਂ ਦੇ ਜਵਾਬ ਦਿੱਤੇ ਆ, ਹੀ ਸ਼ੁੱਡ ਸਟੱਡੀ ਆਲਸੋ। ਉਹਨਾਂ ਨੂੰ ਸਵਾਮੀਨਾਥਨ ਰਿਪੋਰਟ ਪੜ੍ਹਨੀ ਚਾਹੀਦੀ ਹੈ, ਮਗਰਲੀਆਂ ਸਾਰੀਆਂ ਰਿਪੋਰਟਸ ਪੜ੍ਹਨੀਆਂ ਚਾਹੀਦੀਆਂ। ਕੱਲਾਂ ਬੱਸਾਂ ਡੱਕਣੀਆਂ ਹੀ ਨਹੀਂ ਜ਼ਰੂਰੀ, ਬੱਸਾਂ ਚਲਾਉਣੀਆਂ ਵੀ ਜ਼ਰੂਰੀ ਹੈ ਪੰਜਾਬ 'ਚ। ਮੇਰਾ ਕਹਿੰਦਾ ਮਤਲਬ ਕੱਲੀਆਂ ਬੱਸਾਂ ਰੋਕਣ ਨਾਲ ਵੀ ਕੰਮ ਨਹੀਂ ਚੱਲਣਾ। ਔਰ ਜਿਹੜੇ ਹੁੰਦੇ ਨੇ ਟਾਈਮਲੀ ਥੋੜੇ ਮੋਟੇ ਹਿਸਟ੍ਰੋਨਿਕਸ ਜਿਹੜੇ ਨੇ ਪੋਲਿਟਿਕਸ ਦੇ ਵਿੱਚ ਇੰਪੋਰਟੈਂਟ ਹੁੰਦੇ ਆ। ਹਿਸਟ੍ਰੋਨਿਕਸ ਹੀ ਡਜ਼ ਵੈਲ, ਪਰ ਹਿਸਟੋਨਿਕਸ ਜਿਹੜੇ ਆ ਉਹ ਹਮੇਸ਼ਾ ਚਰਨਜੀਵ ਨਹੀਂ ਰਹਿੰਦੇ। ਜੀ ਬਰਾੜ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਸੋ ਇਹ ਸੀ ਜਗਮੀਤ ਸਿੰਘ ਬਰਾੜ, ਸੀਨੀਅਰ ਲੀਡਰ ਨੇ ਅਕਾਲੀ ਦਲ ਦੇ। ਇਹਨਾਂ ਨੇ ਵੀ ਦਾਅਵਾ ਕੀਤਾਗਾ ਵੀ ਅਸੀਂ ਵੀ ਸਰਕਾਰ ਬਣਾਉਣ ਜਾ ਰਹੇ ਹਾਂ ਪੰਜਾਬ ਦੇ ਵਿੱਚ। ਨਿਰੋਲ
ਸ਼੍ਰੋਮਣੀ ਅਕਾਲੀ ਦਲ ਦੀ, ਤੇ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਹੀ ਆ ਵੀ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਆ ਤਾਂ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਹੋਣਗੇ। ਜਲਦੀ ਹੀ ਮਿਲਾਂਗੇ ਕਿਸੇ ਹੋਰ ਰਾਜਨੀਤਿਕ ਲੀਡਰ ਦੀ ਮੁਲਾਕਾਤ ਲੈ ਕੇ, ਜਲਦੀ ਹੀ ਤੁਹਾਡੇ ਸਰਮੁਖ ਹੋਵਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।